ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਮਿਲ ਕੇ ਗੌੜੀ ਕੀ ਵਾਰ ਦੀ ਵਿਚਾਰ ਕੁਝ ਦਿਨ ਤੋਂ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 15 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 16ਵੀਂ ਪੌੜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹ ਪਾਵਨ ਪੌੜੀ ਗਿਆਨੀ ਜੀ ਸਾਡੇ 14 ਪਾਵਨ ਅੰਗ 309 ਤੇ ਅੰਕਿਤ ਹੈ। ਗਿਆਨੀ ਜੀ 14.5 don't interfere now please। ਵਿੱਚ ਬੋਲੋ ਨਾ ਜੀ, ਹੁਣ ਫਿਰ ਪ੍ਰੋਬਲਮ ਆਉਂਦੀ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰਾ ਮਨੁੱਖਾ ਸਰੀਰ ਮਾਨੋ ਇੱਕ ਧਰਮ ਹੈ। ਇਹਦੇ ਅੰਦਰ ਸੱਚੇ ਪ੍ਰਭੂ ਦੀ ਜੋਤ ਹੈ ਲੁਕੀ ਹੋਈ। ਜੋਤ ਵਸ ਰਹੀ ਹੈ, ਪ੍ਰਭੂ ਆਪ ਵਸ ਰਿਹਾ ਹੈ। ਤੇ ਇਹ ਸਰੀਰ ਸਭ ਧਰਮ ਹੈ ਦਾ ਮਤਲਬ ਇਹ ਜੋ ਸਰੀਰ ਹੈ ਇਹ ਧਰਮ ਕਮਾਉਣ ਵਾਸਤੇ ਹੈ, ਪਾਪ ਕਰਮ ਕਰਨ ਵਾਸਤੇ ਨਹੀਂ, ਧਰਮ ਕਮਾਉਣ ਵਾਸਤੇ। ਤੇ ਧਰਮ ਦਾ ਮਤਲਬ ਹੈਗਾ ਫਰਜ਼। ਜਿਵੇਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਅਸੀਂ ਕਾਫੀ ਵਾਰੀ ਇਹ ਚੀਜ਼ ਵਿਚਾਰ ਚੁੱਕੇ ਹਾਂ। ਜਿਵੇਂ ਔਰਤ ਹੈ ਤਾਂ ਔਰਤ ਬੇਟੀ ਹੈ, ਭੈਣ ਹੈ, ਪਤਨੀ ਹੈ, ਮਾਂ ਹੈ, ਨੂੰਹ ਸੱਸ ਹੈ, ਕਿੰਨੇ ਸਾਰੇ ਰਿਸ਼ਤੇ ਨੇ ਔਰਤ ਦੇ। ਸੱਚ ਨੂੰ ਆਧਾਰ ਬਣਾ ਕੇ ਇਹਨਾਂ ਫਰਜ਼ਾਂ ਨੂੰ ਪੂਰੇ ਕਰਨਾ ਹੀ ਔਰਤ ਦਾ ਧਰਮ ਹੈ। ਤੇ ਜੋ ਬੰਦਾ ਹੈ ਇਹਦੇ ਕਿੰਨੇ ਸਾਰੇ ਰਿਸ਼ਤੇ ਨੇ। ਬੰਦਾ ਕਿਸ ਦਾ ਪੁੱਤਰ ਹੈ, ਪਿਤਾ ਹੈ, ਸਹੁਰਾ ਹੈ, ਜਵਾਈ ਹੈ, ਚਾਚਾ ਤਾਇਆ ਹੈ, ਭਤੀਜਾ ਹੈ, ਕਿੰਨੇ ਸਾਰੇ ਰਿਸ਼ਤੇ ਨੇ। ਸੱਚ ਨੂੰ ਆਧਾਰ ਬਣਾ ਕੇ ਇਹਨਾਂ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਹੀ ਧਰਮ ਹੈ। ਇਹ ਬੰਦੇ ਦਾ ਧਰਮ। ਤੇ ਇਹ ਫਰਜ਼ ਇੱਥੇ ਹੀ ਖਤਮ ਨਹੀਂ ਹੋ ਜਾਂਦੇ, ਰਿਸ਼ਤਿਆਂ ਨਾਤਿਆਂ ਤੱਕ। ਜਿਹੜਾ ਵੱਡਾ ਯੂਨੀਵਰਸ ਹੈ ਓਡੇ ਵੱਡੇ ਹੀ ਸਾਡੇ ਫਰਜ਼ ਨੇ। ਹਰ ਇਸਤਰੀ ਪੁਰਸ਼ ਦਾ ਹਵਾ ਲਈ ਕੀ ਫਰਜ਼ ਹੈ, ਧਰਤੀ ਲਈ ਕੀ ਫਰਜ਼ ਹੈ, ਵਨਸਪਤੀ ਲਈ, ਜੀਵ ਜੰਤਾਂ ਲਈ, ਮਨੁੱਖ ਮਾਤਰ ਵਾਸਤੇ, ਸਮਾਜ ਵਾਸਤੇ। ਇਹਨਾਂ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਔਰ ਜੇ ਲੋਕ ਇਮਾਨਦਾਰੀ ਦੇ ਨਾਲ ਇਹਨਾਂ ਫਰਜ਼ਾਂ ਨੂੰ ਨਿਭਾਉਣ ਤਾਂ ਇਹ ਜਿਹੜਾ ਸੰਸਾਰ ਹੈ ਉਹ ਸਵਰਗ ਹੋ ਸਕਦਾ ਹੈ। ਤੇ ਗੁਰੂ ਜੀ ਇਸ ਨਾਲ ਸਮਝਾ ਰਹੇ ਨੇ ਕਿ ਇਹ ਜਿਹੜਾ ਸਰੀਰ ਹੈ ਧਰਮ ਕਮਾਉਣ ਵਾਸਤੇ ਹੈ। ਤੇ ਸਰੀਰ ਦੇ ਅੰਦਰ ਪ੍ਰਭੂ ਦੀ ਜੋਤ ਹੈ, ਪ੍ਰਭੂ ਦੀ ਜੋਤ ਹੈ। ਜਦੋਂ ਤੁਸੀਂ ਇਹ ਧਰਮ ਕਮਾਓਗੇ ਤੇ ਜੋਤ ਵੀ ਪ੍ਰਗਟ ਹੋਏਗੀ। ਯਾਨੀ ਜਦੋਂ ਇਹਨਾਂ ਗੁਣਾਂ ਦੇ ਧਾਰਨੀ ਹੋਵੋਗੇ ਤਾਂ ਤੁਹਾਡੇ ਅੰਦਰੋਂ ਗੁਣ ਸਰੂਪ ਦੇ ਅੰਦਰ ਪ੍ਰਭੂ ਪ੍ਰਗਟ ਹੋਏਗਾ। ਇਸ ਸਰੀਰ ਦੇ ਅੰਦਰ ਹੀ ਪ੍ਰਭੂ ਹੈ, ਬਾਹਰ ਨਹੀਂ ਹੈ। ਬਾਹਰ ਲੱਭਣ ਦੀ ਲੋੜ ਨਹੀਂ। ਤੁਸੀਂ ਆਪਣੀ ਸੋਚ ਦੇ ਅੰਦਰੋਂ ਉਹਨੂੰ ਪ੍ਰਗਟ ਕਰ ਸਕਦੇ ਹੋ। ਤੇ ਇਹ ਸਰੀਰ ਦੇ ਅੰਦਰ ਸਾਰਾ ਧਰਮ, ਨਿਯਮ, ਫਰਜ਼ ਨੇ। ਗੁਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ। ਗੁਹਜ ਰਤਨ ਦਾ ਮਤਲਬ ਹੈ ਲੁਕੇ ਹੋਏ ਲਾਲ। ਜਿਵੇਂ ਕਿਤੇ ਦੱਬਿਆ ਹੋਵੇ ਸੋਨਾ, ਚਾਂਦੀ, ਲਾਲ ਹੀਰੇ ਦੱਬੇ ਹੋਣ ਤੇ ਕੋਈ ਬੰਦਾ ਧਰਤੀ ਪੁੱਟੇ ਤੇ ਥੱਲਿਓਂ ਲਾਲ ਨਿਕਲ ਆਉਣ, ਸੋਨਾ ਨਿਕਲ ਆਵੇ। ਗੁੱਝੇ ਰਤਨ, ਗੁੱਝੇ ਰਤਨ ਦਾ ਮਤਲਬ ਅਮੁੱਲਕ ਗੁਣ, ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਕਿ ਸਾਡੇ ਅੰਦਰ ਇਹ ਚੀਜ਼ਾਂ ਵੀ ਹੋ ਸਕਦੀਆਂ ਨੇ। ਕੋਈ ਗੁਰਮੁਖ ਸੇਵਕ, ਗੁਰਮੁਖ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ। ਖੋਤ ਦਾ ਮਤਲਬ ਹੁੰਦਾ ਹੈ ਖੋਤਰ ਕੇ, ਖੋਦ ਕੇ, ਯਾਨੀ ਵਿਚਾਰ ਕੇ, ਡੂੰਗੀ ਵਿਚਾਰ ਕਰਕੇ। ਇਹ ਸਰੀਰ ਵਿੱਚ ਦੈਵੀ ਗੁਣ, ਗੁੱਝੇ ਲਾਲ ਹੀਰੇ ਰਤਨ ਲੁਕੇ ਹੋਏ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਸਾਰੇ ਸਾਡੇ ਅੰਦਰ ਵਸ ਰਹੇ ਨੇ। ਕੋਈ ਬੰਦਾ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਡੂੰਗੀ ਵਿਚਾਰ ਕਰਕੇ ਇਹਨਾਂ ਨੂੰ ਅੰਦਰੋਂ ਕੱਢ ਲੈਂਦਾ, ਪ੍ਰਗਟ ਕਰ ਲੈਂਦਾ। ਯਾਨੀ ਇਹ ਸਾਡੇ ਅੰਦਰੋਂ ਪ੍ਰਗਟ ਹੋ ਸਕਦੇ ਨੇ ਜੇ ਅਸੀਂ ਥੋੜੀ ਜਿਹੀ ਵਿਚਾਰ ਕਰੀਏ। ਤੇ ਵਿਚਾਰ ਕਿਵੇਂ ਕਰੀਏ? ਗੁਰੂ ਦੀ ਪਾਵਨ ਬਾਣੀ ਰਾਹੀਂ, ਗੁਰੂ ਦੇ ਦੱਸੇ ਰਾਹ ਤੇ ਜੇ ਚੱਲੀਏ, ਵਿਚਾਰ ਕਰੀਏ, ਉਸ ਵਿਚਾਰ ਮੁਤਾਬਕ ਜੀਵਨ ਜੀਵੀਏ,
ਆਪਣੀ ਖੋਜ ਕਰੀਏ, ਜਿਹਨੂੰ ਗੁਰੂ ਜੀ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜੇ ਅਸੀਂ ਸੈਲਫ ਐਨਾਲਿਸਿਸ ਕਰੀਏ ਕਿ ਅਸੀਂ ਕਿੱਥੇ ਖੜੇ ਹਾਂ, ਕਿੱਥੇ ਅਸੀਂ ਪਹੁੰਚ ਸਕਦੇ ਹਾਂ, ਮੈਂ ਮਾਨਸਿਕ ਤੌਰ ਤੇ ਕਿੱਥੇ ਖੜਾ ਹਾਂ, ਤੇ ਮਾਨਸਿਕ ਤੌਰ ਤੇ ਮੈਂ ਕਿੰਨਾ ਮਹਾਨ ਹੋ ਸਕਦਾ ਹਾਂ, ਬੌਧਿਕ ਤੌਰ ਤੇ ਮੈਂ ਕਿੱਥੇ ਖੜਾ ਹਾਂ, ਤੇ ਮੈਂ ਕਿੱਥੋਂ ਤੱਕ ਪਹੁੰਚ ਸਕਦਾ ਹਾਂ, ਕਿਹੜੀਆਂ ਕਿਹੜੀਆਂ ਮੇਰੇ ਅੰਦਰ ਸੰਭਾਵਨਾਵਾਂ ਨੇ, ਤਾਂ ਇਨਸਾਨ ਇੱਕ ਮਹਾਮਾਨਵ ਬਣ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਹਰ ਸਰੀਰ ਦੇ ਅੰਦਰ ਅਮੁੱਲਕ ਗੁਣ ਨੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਕੋਈ ਗੁਰਮੁਖ ਵਿਰਲਾ ਉਹਨਾਂ ਨੂੰ ਡੂੰਘੀ ਵਿਚਾਰ ਰਾਹੀਂ ਖੋਜ ਕੇ ਲੱਭਦਾ ਹੈ, ਯਾਨੀ ਉਹਨਾਂ ਦੇ ਉੱਤੇ ਅਮਲ ਕਰਦਾ ਹੈ, ਇੰਪਲੀਮੈਂਟ ਕਰਦਾ ਹੈ। ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਤ ਪੋਤ। ਆਤਮ ਰਾਮ ਦਾ ਮਤਲਬ ਸਾਰਿਆਂ ਦੀ ਜਿੰਦ ਜਾਨ ਪ੍ਰਭੂ, ਸਭ ਦਾ ਮਤਲਬ ਸਭ ਥਾਵਾਂ ਤੇ ਸਭ ਦੇ ਵਿੱਚ। ਤਾਂ ਇੱਕ ਰਵਿਆ, ਰਵਿਆ ਦਾ ਮਤਲਬ ਰਮਿਆ ਹੋਇਆ, ਓਤ ਪੋਤ, ਓਤ ਦਾ ਮਤਲਬ ਹੁੰਦਾ ਹੈ ਤਣਿਆ ਹੋਇਆ, ਤੇ ਪੋਤ ਦਾ ਮਤਲਬ ਹੁੰਦਾ ਹੈ ਪਰੋਇਆ ਹੋਇਆ, ਪੇਟਾ, ਤਾਣਾ ਔਰ ਪੇਟਾ, ਤਾਣੇ ਪੇਟੇ ਦੀ ਤਰ੍ਹਾਂ। ਜਦੋਂ ਸੇਵਕ ਇਹ ਲਾਲ ਲੱਭ ਲੈਂਦਾ ਨਾ, ਤਦੋਂ ਇੱਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਦੇ ਅੰਦਰ ਇੰਜ ਰਮਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣਾ ਔਰ ਪੇਟਾ ਉਣਿਆ ਹੁੰਦਾ ਹੈ। ਕੱਪੜੇ ਦਾ ਹੁਣ ਇਹਦਾ ਪਤਾ ਨਹੀਂ ਲੱਗਦਾ ਵੀ ਤਾਣਾ ਕਿਹੜਾ ਹੈ ਤੇ ਪੇਟਾ ਕਿਹੜਾ ਹੈ। ਇੰਜ ਰਮਿਆ ਹੋਇਆ ਪ੍ਰਤੀਤ ਹੁੰਦਾ ਹੈ ਜਦੋਂ ਕੋਈ ਬੰਦਾ ਆਪਣੇ ਅੰਦਰੋਂ ਗੁਰੂ ਦੀ ਵਿਚਾਰ ਕਰਕੇ ਤੇ ਉਹਨਾਂ ਗੁਣਾਂ ਦੀ ਪਛਾਣ ਕਰਦਾ ਹੈ, ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਲੱਭਦਾ ਹੈ, ਤਾਂ ਉਦੋਂ ਇਹਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਚਾਰ ਚੁਫੇਰੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਜ਼ਰਰੇ ਜ਼ਰਰੇ ਦੇ ਅੰਦਰ ਸਮਾਇਆ ਹੋਇਆ ਹੈ। ਤੇ ਜਿਸ ਨੂੰ ਫਿਰ ਉਹ ਸਮਾਇਆ ਹੋਇਆ ਨਜ਼ਰੀ ਪੈਂਦਾ ਹੈ ਨਾ, ਅਗਲੀ ਗੱਲ ਹੈ ਕਿ ਉਹ ਹਰ ਬੰਦੇ ਦੇ ਨਾਲ ਉਸ ਪ੍ਰਭੂ ਵਰਗਾ ਪਿਆਰ ਔਰ ਵਿਹਾਰ ਕਰਦਾ ਹੈ, ਤੇ ਉਹਦਾ ਜੀਵਨ ਜਿਹੜਾ ਹੈ ਪ੍ਰਭੂ ਦੇ ਅੰਦਰ ਮਿਲ ਕੇ ਪ੍ਰਭੂ ਵਰਗਾ ਹੀ ਬਣ ਜਾਂਦਾ ਹੈ। ਉਹ ਫਿਰ ਸਾਰਿਆਂ ਦੇ ਅੰਦਰ ਪ੍ਰਭੂ ਨੂੰ ਵੇਖਦਾ ਹੈ। ਹੁਣ ਦੇਖੋ ਕਿੰਨਾ ਆਸਾਨ ਕਰਤਾ ਨਾ ਰੱਬ ਦੇ ਨਾਲ ਮਿਲਣਾ। ਪਹਿਲੀ ਗੱਲ ਕਿ ਇਹ ਜਿਹੜਾ ਸਰੀਰ ਹੈ ਧਰਮ ਕਮਾਉਣ ਵਾਸਤੇ ਹੈ, ਔਰ ਇਹਦੇ ਅੰਦਰ ਸੱਚੇ ਦੀ ਜੋਤ ਹੈ। ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਕੋਈ ਵੀ ਗੁਰਮੁਖ ਪ੍ਰਾਣੀ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰ ਸਕਦਾ ਹੈ। ਕੋਈ ਵੀ ਇਨਸਾਨ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਸੱਚ ਨੂੰ ਆਧਾਰ ਬਣਾ ਕੇ ਇਹਨਾਂ ਫਰਜ਼ਾਂ ਨੂੰ ਪੂਰੀਆਂ ਕਰ ਸਕਦਾ ਹੈ। ਉਹ ਫਿਰ ਸਾਰਿਆਂ ਦੇ ਅੰਦਰ ਅਵਸਥੇ ਪ੍ਰਭੂ ਨੂੰ ਪਛਾਣ ਲਵੇਗਾ, ਔਰ ਉਹਨੂੰ ਚਾਰ ਚਫੇਰੇ ਇੱਕ ਪ੍ਰਭੂ ਦਾ ਹੀ ਨੂਰ ਔਰ ਉਹਦਾ ਜ਼ਹੂਰ ਨਦਰੀ ਪਵੇਗਾ। ਜੇ ਅਸੀਂ ਬੜੀ ਸੌਖੀ ਸ਼ਬਦਾਵਲੀ ਦੇ ਵਿੱਚ ਇਹ ਚੀਜ਼ ਨੂੰ ਸਮਝਣਾ ਚਾਹੀਏ, ਬਿਲਕੁਲ ਸੌਖੀ ਸ਼ਬਦਾਵਲੀ ਵਿੱਚ, ਤਾਂ ਸਿੰਪਲ ਗੱਲ ਆਏਗੀ ਕਿ ਗੁਰਬਾਣੀ ਨੂੰ ਪੜ੍ਹ ਸੁਣ ਸਮਝ ਕੇ ਗੁਣਾਂ ਵਾਲੀ ਜ਼ਿੰਦਗੀ ਜੀਣਾ ਹੀ ਰੱਬ ਦੀ ਪ੍ਰਾਪਤੀ ਹੈ। ਕਿੰਨਾ ਸੌਖਾ ਕੰਮ ਹੋ ਗਿਆ ਨਾ। ਇੱਕ ਦੇਖਿਆ, ਇੱਕ ਮੰਨਿਆ, ਇੱਕੋ ਸੁਣਿਆ, ਸ਼ਰਵਣ ਸਰੋਤ। ਸ਼ਰਵਣ ਦਾ ਮਤਲਬ ਕੰਨ, ਸਰੋਤ ਦਾ ਮਤਲਬ ਸ਼ਕਤੀ, ਕੰਨਾਂ ਦੀ ਸਰੋਤ ਜਿਹੜੀ ਹੈ ਉਹਦੇ ਰਾਹੀਂ। ਫਿਰ ਉਹ ਸੇਵਕ ਜਿਹਨੂੰ ਤਾਣੇ ਪੇਟੇ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜੋ ਗੁਰੂ ਦੱਸੇ ਰਾਹਾਂ ਤੇ ਚੱਲਦਾ ਹੈ, ਜੋ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ, ਜੋ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰ ਲੈਂਦਾ ਹੈ। ਫਿਰ ਇੱਕ ਦੇਖਿਆ, ਫਿਰ ਉਹ ਸਾਰਿਆਂ ਦੇ ਵਿੱਚ ਇੱਕ ਨੂੰ ਹੀ ਵੇਖਦਾ ਹੈ। ਹੁਣ ਸਾਰਿਆਂ ਦੇ ਵਿੱਚ ਇੱਕ ਨੂੰ ਵੇਖਣ ਦਾ ਮਤਲਬ ਕਿ ਉਹ ਸਭ ਦੇ ਨਾਲ ਇੱਕ ਜੈਸਾ ਨਜ਼ਰੀਆ ਰੱਖਦਾ ਹੈ। ਉਹਦੇ ਅੰਦਰ ਫਿਰ ਧਰਮਾਂ ਦੇ ਵਿਖੇਪਤਾ ਨਹੀਂ ਹੁੰਦੀ, ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਹੁੰਦੇ, ਉਹ ਕਿਸੇ ਦੀ ਜਾਤ ਪਾਤ ਨੂੰ ਨਹੀਂ ਵੇਖਦਾ। ਉਹਨੂੰ ਸਮਝ ਹੁੰਦੀ ਹੈ ਕਿ ਸਾਰਿਆਂ ਦੇ ਅੰਦਰ ਇੱਕ ਰਮਿਆ ਹੋਇਆ ਹੈ। ਇੱਕ ਦੇਖਿਆ, ਇੱਕ ਮੰਨਿਆ, ਉਹ ਇੱਕ ਨੂੰ ਹੀ ਮੰਨਦਾ ਹੈ। ਉਹਦਾ ਵਿਸ਼ਵਾਸ ਫਿਰ ਇੱਕ ਦੇ ਉੱਤੇ ਬਣ ਜਾਂਦਾ ਹੈ, ਇੱਕ ਦੀ ਰਜ਼ਾ ਦੇ ਵਿੱਚ ਤੁਰਦਾ ਹੈ। ਇੱਕੋ ਸੁਣਿਆ ਸ਼ਰਵਣ ਸਰੋਤ, ਤੇ ਇੱਕ ਨੂੰ ਹੀ ਕੰਨਾਂ ਦੇ ਨਾਲ ਸੁਣਦਾ ਹੈ, ਯਾਨੀ ਉਹ ਇੱਕ ਦੀਆਂ ਗੱਲਾਂ ਹੀ ਸੁਣਦਾ ਹੈ। ਉਹ ਮੇਰ ਤੇਰ ਦੀਆਂ ਗੱਲਾਂ ਵੀ ਨਹੀਂ ਸੁਣੇਗਾ। ਉਹ ਧਰਮਾਂ ਦੇ ਜਿਹੜੇ ਝਗੜੇ ਚਿੰਦੇ ਨੇ ਇਹਨਾਂ ਚੱਕਰਾਂ ਵਿੱਚ ਨਹੀਂ ਪਵੇਗਾ। ਉਹਦੇ ਅੰਦਰ ਈਰਖਾ, ਦਵੈਸ਼, ਵੈਰ ਵਿਰੋਧ ਦੇ ਜਿਹੜੇ ਗੱਲਾਂ ਨੇ ਉਹਨਾਂ ਨੂੰ ਨਹੀਂ ਸੁਣੇਗਾ। ਇੱਕ ਦੀਆਂ ਗੱਲਾਂ ਸੁਣੇਗਾ, ਗੁਣਾਂ ਦੀਆਂ ਗੱਲਾਂ ਸੁਣੇਗਾ, ਸਕਾਰਾਤਮਕ ਗੱਲਾਂ ਹੀ ਉਹ ਇਨਸਾਨ ਸੁਣੇਗਾ। ਇਹ ਉਹਦੇ ਜੀਵਨ ਦੀ ਨਿਸ਼ਾਨੀ ਹੋਏਗੀ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ
ਆਪਣੇ ਅੰਦਰੋਂ ਗੁਣਾਂ ਨੂੰ ਪ੍ਰਗਟ ਕਰ ਚਾਰ ਚਫੇਰੇ ਪ੍ਰਭੂ ਨੂੰ ਵੇਖੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਜਨ ਨਾਨਕ ਨਾਮ ਸਲਾਹ ਤੂੰ, ਸੱਚ ਸੱਚੇ ਸੇਵਾ ਤੇਰੀ ਹੋਤ। ਸੱਚ ਸੱਚੇ ਦਾ ਮਤਲਬ ਸੱਚੀ ਮੁੱਚੀ, ਜਿਵੇਂ ਅਸੀਂ ਕਹਿ ਦਿੰਦੇ ਨਾ ਸੱਚੀ ਮੁੱਚੀ, ਇੱਥੇ ਸੱਚ ਸੱਚੇ ਦਾ ਮਤਲਬ ਸੱਚੀ ਮੁੱਚੀ। ਗੁਰੂ ਜੀ ਕਹਿੰਦੇ ਨੇ ਜਨ ਨਾਨਕ ਨਾਮ ਸਲਾਹ ਤੂੰ, ਕਿ ਹੇ ਭਾਈ ਤੂੰ ਹੀ ਪ੍ਰਭੂ ਦੀ ਉਸਤਤ ਕਰ, ਰੱਬੀ ਗੁਣ ਗਾ, ਸਿਫਤ ਸਲਾਹ ਕਰ, ਗੁਰੂ ਦੇ ਦੱਸੇ ਰਾਹ ਤੇ ਚੱਲ, ਤੂੰ ਹੀ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਪ੍ਰਗਟ ਕਰ। ਸੱਚ ਸੱਚੇ ਸੇਵਾ ਤੇਰੀ ਹੋਤ ਦਾ ਮਤਲਬ ਸੱਚੀ ਮੁੱਚੀ। ਫਿਰ ਇਹ ਤੇਰੀ ਸੇਵਾ ਹੈ ਨਾ, ਘਾਲ ਕਮਾਈ ਹੈ, ਉਹ ਤੇਰੀ ਰੱਬ ਦੇ ਦਰ ਤੇ ਕਬੂਲ ਹੋ ਜਾਏਗੀ। ਸੇਵਾ ਤੇਰੀ ਹੋਤ ਦਾ ਮਤਲਬ ਤੇਰੀ ਸੇਵਾ ਵੀ ਪ੍ਰਵਾਨ ਹੋ ਜਾਏਗੀ। ਸੱਚ ਸੱਚੇ ਦਾ ਮਤਲਬ ਸੱਚੀ ਮੁੱਚੀ, ਸੱਚੀ ਮੁੱਚੀ, ਯਕੀਨਨ, ਗਾਰੰਟੀ ਨਾਲ ਤੇਰੀ ਸੇਵਾ ਵੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਏਗੀ, ਜਿਵੇਂ ਗੁਰੂ ਦੇ ਸਿੱਖ ਦੀ ਹੋਈ ਹੈ। ਤੂੰ ਹੀ ਜਦੋਂ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇਂਗਾ, ਸਿਫਤ ਸਲਾਹ ਕਰੇਗਾ, ਗੁਣਾਂ ਵਾਲੀ ਜ਼ਿੰਦਗੀ ਜੀਵੇਂਗਾ, ਗੁਣਾਂ ਵਾਲੇ ਬੋਲ ਬੋਲੇਗਾ, ਗੁਣਾਂ ਵਾਲੀ ਸੋਚ ਬਣਾਏਗਾ, ਤਾਂ ਤੇਰੀ ਸੇਵਾ ਵੀ ਸੱਚੀ ਮੁੱਚੀ ਗਾਰੰਟਡ ਰੱਬੀ ਦਰ ਤੇ ਪ੍ਰਵਾਨ ਹੋ ਜਾਏਗੀ। ਤੈਨੂੰ ਵੀ ਚਾਰ ਚਫੇਰੇ ਪ੍ਰਭੂ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਨਜ਼ਰੀ ਪਵੇਗਾ। ਸ਼ਲੋਕ ਮਹਿਲਾ ਚੌਥਾ। ਸਭ ਰਸ ਤਿਨ ਕੈ ਹਿਰਦੈ ਹੈ, ਜਿਨ ਹਰ ਵਸਿਆ ਮਨ ਮਾਹੇ। ਇਹ ਦੇਖੋ ਸ਼ਬਦ ਲਿਖਿਆ ਹੈ ਹਾਹਾ, ਫਿਰ ਹਾਹਾ ਤੇ ਨਾਲ ਸਿਹਾਰੀ। ਜਿੱਥੇ ਦੋ ਹਾਹੇ ਹੋਣ, ਪਿਛਲੇ ਹਾਹੇ ਨਾਲ ਸਿਹਾਰੀ ਹੋਵੇ, ਤਾਂ ਉਹਨੂੰ ਅਸੀਂ ਬੋਲਾਂਗੇ ਹੈ। ਇਸ ਤਰ੍ਹਾਂ ਦੀ ਆਵਾਜ਼ ਜਿਵੇਂ ਹਾਹੇ ਤੇ ਦਲਾਵਾਂ ਲਾ ਕੇ ਬਿੰਦੀ ਲਾਈ ਦੀ ਨਾ, ਹੈ, ਕਿਉਂਕਿ ਇਹ ਬਹੁਵਚਨੀ ਸ਼ਬਦ ਹੈ। ਤੇ ਜੋ ਪਹਿਲਾ ਸਭ ਲਿਖਿਆ ਇਹਨੂੰ ਸਭ ਨਹੀਂ ਬੋਲਣਾ। ਸਭ ਬੋਲਿਆ ਬੱਬਾ ਬੋਲ ਜਾਂਦਾ, ਥੋੜਾ ਜਿਹਾ ਧਿਆਨ ਰੱਖਣਾ ਹੈ, ਭੱਬਾ ਬੋਲਣਾ ਹੈ। ਸਭ ਸਭ ਰਸ ਤਿਨ ਕੈ ਹਿਰਦੈ ਹੈ, ਜਿਨ ਹਰ ਵਸਿਆ ਮਨ ਮਾਹੇ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਵਸ ਗਿਆ, ਹਿਰਦੇ ਦਾ ਮਤਲਬ ਸੋਚ, ਜਿਨ੍ਹਾਂ ਦੀ ਸੋਚ ਦੇ ਅੰਦਰ ਪ੍ਰਭੂ ਵਸ ਗਿਆ, ਜਿਨ੍ਹਾਂ ਨੇ ਪ੍ਰਭੂ ਨੂੰ ਆਪਣੇ ਮਨ ਵਿੱਚ ਅਨੁਭਵ ਕਰ ਲਿਆ, ਸਾਰੇ ਰਸ ਫਿਰ ਉਹਨਾਂ ਦੇ ਅੰਦਰ ਹੀ ਨੇ। ਸਾਰੇ ਰਸ ਉਹਨਾਂ ਦੇ ਅੰਦਰ ਨੇ, ਮਤਲਬ ਫਿਰ ਉਹ ਆਪਣੇ ਅੰਦਰੋਂ ਹੀ ਉਹਨਾਂ ਸਾਰੇ ਰਸਾਂ ਨੂੰ ਮਾਣਦੇ ਨੇ। ਜਿਵੇਂ ਸੱਚ ਹੈ, ਸੰਤੋਖ, ਦਇਆ, ਧਰਮ ਹੈ, ਇਹਨਾਂ ਦੇ ਰਸ ਨੂੰ ਉਹ ਮਾਣਦੇ ਨੇ। ਥੋੜੀ ਜਿਹੀ ਗੱਲ ਸਮਝਣ ਵਾਲੀ ਹੈ। ਮੰਨ ਲਓ ਤੁਸੀਂ ਖੀਰ ਖਾਈ, ਕਿ ਤੁਸੀਂ ਕਿਹਦਾ ਸਵਾਦ ਮਾਣਿਆ? ਖੀਰ ਦਾ। ਦੂਜੇ ਬੰਦੇ ਨੇ ਦਾਲ ਖਾਈ, ਤਾਂ ਉਹਨੇ ਕਾਹਦਾ ਸਵਾਦ ਮਾਣਿਆ? ਦਾਲ ਦਾ। ਐਵੇਂ ਹੁਣ ਇੱਕ ਬੰਦਾ ਸੱਚ ਬੋਲ ਰਿਹਾ, ਤੇ ਉਹਨੂੰ ਜਿਹੜਾ ਸੁੱਖ ਪੈਦਾ ਹੋਏਗਾ ਨਾ, ਉਹ ਸੱਚ ਦੇ ਵਿੱਚੋਂ, ਉਹ ਉਸ ਸੱਚ ਵਾਲੇ ਸੁੱਖ ਨੂੰ ਕਹਿ ਰਹੇ ਨੇ ਰਸ। ਉਹ ਸੱਚ ਦਾ ਰਸ ਮਾਣ ਰਿਹਾ ਹੈ। ਜਿਹੜਾ ਸੱਚ ਬੋਲਿਆ ਰਿਜ਼ਲਟ ਨਿਕਲੇਗਾ ਚੰਗਾ, ਉਹਦਾ ਰਸ ਉਹ ਮਾਣੇਗਾ ਜੋ ਸੱਚ ਬੋਲੇਗਾ। ਤੇ ਜਿਹੜਾ ਝੂਠ ਬੋਲੇਗਾ, ਝੂਠ ਬੋਲਣ ਦੇ ਨਾਲ ਜਿਹੜਾ ਰਿਜ਼ਲਟ ਨਿਕਲੇਗਾ, ਉਹ ਝੂਠ ਬੋਲਣ ਵਾਲਾ ਮਾਣੇਗਾ। ਤਾਂ ਐਵੇਂ ਰਸ ਮਾਣਨ ਦਾ ਮਤਲਬ ਹੈ ਕਿ ਉਹ ਰੱਬ ਦੇ ਪਿਆਰੇ ਇਹਨਾਂ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ, ਤੇ ਗੁਣਾਂ ਨੂੰ ਇੰਪਲੀਮੈਂਟ ਕੀਤਿਆਂ ਜੋ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੁੰਦਾ ਹੈ, ਉਸ ਸੁੱਖ ਨੂੰ ਉਹ ਮਾਣਦੇ ਨੇ। ਤਾਂ ਹੀ ਮਾਣਾਂਗੇ ਨਾ, ਜੇ ਇੰਪਲੀਮੈਂਟ ਕਰਾਂਗੇ। ਤਾਂ ਇਹ ਸਾਰੇ ਰਸ, ਸਾਰੇ ਸੁੱਖ ਸਾਡੇ ਹਿਰਦੇ ਵਿੱਚ ਹੈ ਨੇ। ਸੁੱਖ ਸਾਰੇ ਨੇ, ਆਨੰਦ ਸਾਰੇ ਨੇ, ਖੁਸ਼ੀਆਂ ਸਾਰੀਆਂ ਨੇ, ਪਰ ਅਸੀਂ ਮਾਣ ਨਹੀਂ ਨਾ ਰਹੇ, ਕਿਉਂਕਿ ਅਸੀਂ ਗੁਣਾਂ ਨੂੰ ਇੰਪਲੀਮੈਂਟ ਨਹੀਂ ਕਰ ਰਹੇ। ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਹਿਰਦੇ ਅੰਦਰ ਫਿਰ ਸਾਰੇ ਰਸ ਨੇ, ਉਹ ਸਾਰੇ ਅੰਦਰ ਆਪਣੇ ਆਨੰਦ ਮਾਣਦੇ ਨੇ। ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਵਸ ਗਿਆ ਹੈ, ਉਹ ਫਿਰ ਵਿਕਾਰਾਂ ਦੇ ਅੰਦਰ ਖਚਤ ਨਹੀਂ ਹੁੰਦੇ। ਹਰ ਦਰਗਾਹ ਤੇ ਮੁਖ ਉਜਲੇ, ਤਿਨ ਕੋ ਸਭ ਦੇਖਣ ਜਾਹੇ। ਇੱਥੇ ਜਾਹੇ ਦੇ ਨਾਲ ਬਿੰਦੀ ਦਾ ਉਚਾਰਨ ਕਰਾਂਗੇ, ਜਾਹੇ, ਕਿਉਂਕਿ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਜਦੋਂ ਸਿਹਾਰੀ ਲੱਗੀ ਹੋਵੇ, ਤਾਂ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਇਸ ਲਈ ਉਹਦਾ ਉਚਾਰਨ ਨਾਸਕੀ ਹੋਏਗਾ। ਹਰ ਦਰਗਾਹ ਤੇ ਮੁਖ ਉਜਲੇ, ਤਿਨ ਕੋ ਸਭ ਦੇਖਣ ਜਾਹੇ। ਇੱਥੇ ਦਰਗਾਹ ਦੇ ਹਾਹੇ ਨਾਲ ਸਿਹਾਰੀ, ਜਿਹਦਾ ਮਤਲਬ ਦਰਗਾਹ ਵਿੱਚ। ਹਰ ਦਰਗਾਹ ਦਾ ਮਤਲਬ ਰੱਬ ਦੀ ਦਰਗਾਹ ਵਿੱਚ ਉਹਨਾਂ ਦੇ ਮੂੰਹ ਉਜਵਲ ਹੁੰਦੇ ਨੇ। ਰੱਬੀ ਦਰਗਾਹ ਦੇ ਅੰਦਰ ਮੁਖ ਉਜਵਲ ਹੁੰਦੇ ਨੇ, ਮਤਲਬ ਖਿੜੇ ਮੱਥੇ ਜਾਂਦੇ ਨੇ,
ਉਹਨਾਂ ਨੂੰ ਰੱਬੀ ਦਰਗਾਹ ਦੇ ਅੰਦਰ ਮਾਣ ਮਿਲਦਾ ਹੈ ਤੇ ਸਾਰੇ ਲੋਕ ਉਹਨਾਂ ਨੂੰ ਦੇਖਣ ਜਾਂਦੇ ਨੇ, ਭਾਵ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਹਰ ਬੰਦਾ ਚਾਹੁੰਦਾ ਹੈ ਕਿ ਮੈਂ ਇਹੋ ਜਿਹੇ ਬੰਦੇ ਨੂੰ ਮਿਲਾਂ ਜਿਹੜਾ ਸ਼ੁਭ ਗੁਣਾਂ ਦਾ ਧਾਰਨੀ ਹੈ, ਜਿਹੜਾ ਰੱਬ ਦਾ ਰੂਪ ਹੈ, ਜਿਹੜਾ ਸਾਰੇ ਸੁੱਖ ਆਨੰਦ ਮਾਣ ਰਿਹਾ ਹੈ। ਮੈਂ ਉਹਨੂੰ ਮਿਲਾਂ, ਕੋਈ ਐਸਾ ਸੱਜਣ ਮਿਲੇ। ਸਾਰੇ ਹੀ ਲੋਕ ਲੋਚਦੇ ਨੇ ਕਿ ਰੱਬ ਦੀ ਦਰਗਾਹ ਕਿੱਥੇ ਹੈ। ਆਮ ਕਰਕੇ ਕਿਹਾ ਜਾਂਦਾ ਹੈ ਕਿ ਮਰਨ ਤੋਂ ਬਾਅਦ ਰੱਬ ਦੀ ਦਰਗਾਹ ਵਿੱਚ ਜਾਣਾ ਹੈ। ਦੇਖੋ, ਰੱਬ ਸਭ ਥਾਵਾਂ ਤੇ ਹੈ ਤੇ ਸਾਰਾ ਜਗਤ ਹੀ ਉਹਦੀ ਦਰਗਾਹ ਹੈ, ਉਹਦੀ ਹਜ਼ੂਰੀ ਹੈ। ਯਾਨੀ ਯੂਨੀਵਰਸਲ ਟਰੁੱਥ ਦੇ ਆਧਾਰ ਤੇ ਜਿੱਥੇ ਫੈਸਲੇ ਹੁੰਦੇ ਨੇ, ਉੱਥੇ ਉਹ ਬੰਦੇ ਪੂਰੇ ਉਤਰਦੇ ਨੇ, ਸੱਚ ਦੀ ਕਸਵੱਟੀ ਤੇ ਪੂਰੇ ਉਤਰਦੇ ਨੇ। ਤੇ ਸੱਚ ਦੀ ਕਸਵੱਟੀ ਤੇ ਪੂਰੇ ਉਤਰਨਾ ਹੀ ਰੱਬ ਦੀ ਦਰਗਾਹ ਵਿੱਚ ਮਾਣ ਪਾਣਾ ਹੈ। ਤਾਂ ਉਹ ਇਨਸਾਨ ਰੱਬ ਦੀ ਹਜ਼ੂਰੀ ਦਾ ਆਨੰਦ ਮਾਣਦੇ ਨੇ, ਉਹਨਾਂ ਨੂੰ ਮਾਣ ਆਦਰ ਮਿਲਦਾ ਹੈ ਤੇ ਐਸੇ ਲੋਕਾਂ ਨੂੰ ਸਾਰੇ ਹੀ ਲੋਕ ਮਿਲਣਾ ਲੋਚਦੇ ਨੇ। ਜਿਨ ਨਿਰਭਉ ਨਾਮ ਧਿਆਇਆ, ਤਿਨ ਕੋ ਭਉ ਕੋਈ ਨਾਹੀ। ਜਿਨ੍ਹਾਂ ਨੇ ਨਿਰਭਉ ਨਾਮ ਦਾ ਮਤਲਬ ਹੁਕਮ, ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ ਜਾਂ ਆਪਣੇ ਧਿਆਨ ਨੂੰ ਹੁਕਮ ਵਿੱਚ ਜੋੜਿਆ। ਨਿਰਭਉ ਦਾ ਮਤਲਬ ਭੈ ਤੋਂ ਰਹਿਤ। ਜਿਨ੍ਹਾਂ ਨੇ ਭੈ ਤੋਂ ਰਹਿਤ ਪ੍ਰਭੂ ਦੇ ਹੁਕਮ ਨੂੰ ਧਿਆਨ ਵਿੱਚ ਰੱਖਿਆ, ਜੋ ਪ੍ਰਭੂ ਦੇ ਹੁਕਮ ਦੇ ਅੰਦਰ ਜੀਵੇ। ਦੇਖੋ, ਜੋ ਪ੍ਰਭੂ ਦਾ ਹੁਕਮ ਹੈ ਉਹ ਨਿਰਭਉ ਹੈ। ਪ੍ਰਭੂ ਨਿਰਭਉ ਤੇ ਪ੍ਰਭੂ ਦਾ ਹੁਕਮ ਵੀ ਨਿਰਭਉ ਹੈ। ਹੁਕਮ, ਰਜਾ, ਭਾਣਾ, ਲੇਖ, ਇਹਨਾਂ ਸਾਰਿਆਂ ਦਾ ਮੀਨਿੰਗ ਹੈ ਸਿਸਟਮ। ਹੁਣ ਜੋ ਲਾਅ ਆਫ ਨੇਚਰ ਹੈ, ਜੋ ਕੁਦਰਤ ਦੀ ਨਿਯਮਾਵਲੀ ਹੈ, ਰੱਬੀ ਜੋ ਹੁਕਮ ਹੈ, ਕਿ ਉਹਨੂੰ ਕਿਸੇ ਦਾ ਡਰ ਹੈ ਕਿ ਸੂਰਜ ਕਿਸੇ ਤੋਂ ਡਰਦਾ ਹੋਇਆ ਚੜ ਰਿਹਾ ਹੋਏ, ਚੰਦਰਮਾ ਕਿਸ ਤੋਂ ਡਰਦਾ ਹੋਇਆ ਛਿਪ ਰਿਹਾ ਹੋਏ, ਹਵਾ ਕਿਸੇ ਤੋਂ ਡਰਦੀ ਹੋਈ ਚੱਲ ਰਹੀ ਹੋਏ, ਜਾਂ ਕਿਸੇ ਅਮੀਰ ਸ਼ਕਤੀਸ਼ਾਲੀ ਤੋਂ ਡਰ ਜਾਏ, ਉਹਦੇ ਘਰ ਦੇ ਵਿੱਚ ਤੇ ਜੀਵਨ ਦੇਵੇ ਤੇ ਕਿਸੇ ਗੁਆਂਢੀ ਗਰੀਬ ਨੂੰ ਜੀਵਨ ਹੀ ਨਾ ਦੇਵੇ। ਕੀ ਐਸਾ ਹੋ ਸਕਦਾ ਹੈ? ਨਾ। ਰੱਬੀ ਹੁਕਮ ਜੋ ਹੈ ਨਿਰਵੈਰ ਹੈ, ਨਿਰਭਉ ਹੈ, ਉਹ ਕਿਸੇ ਦੇ ਦਾਬ ਦਬਾਅ ਥੱਲੇ ਨਹੀਂ ਹੈ। ਤਾਂ ਜਿਨ੍ਹਾਂ ਨੇ ਉਸ ਨਿਰਭਉ ਹੁਕਮ ਦੇ ਅੰਦਰ ਧਿਆਨ ਜੋੜਿਆ, ਤਿਨ ਕਉ ਭਉ ਕੋਈ ਨਾ ਹੈ, ਉਹਨਾਂ ਨੂੰ ਫਿਰ ਕੋਈ ਡਰ ਨਹੀਂ ਰਹਿ ਜਾਂਦਾ, ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ। ਹੁਣ ਇਸ ਚੀਜ਼ਾਂ ਨੂੰ ਅਸੀਂ ਥੋੜਾ ਸਮਝੀਏ। ਬਹੁਤ ਸਾਰੇ ਲੋਕ ਨੇ ਨਾ ਜੋ ਡਰਦੇ ਨੇ ਭੂਤਾਂ ਤੋਂ, ਪ੍ਰੇਤਾਂ ਤੋਂ, ਜੰਤਰਾਂ ਮੰਤਰਾਂ ਤੋਂ, ਟੂਣੇ ਤਵੀਤਾਂ ਤੋਂ। ਕਿੰਨੇ ਲੋਕ ਡਰਦੇ ਨੇ। ਹੁਣ ਕੌਣ ਡਰ ਰਹੇ ਨੇ? ਜਿਨ੍ਹਾਂ ਨੂੰ ਰੱਬੀ ਹੁਕਮ ਬਾਰੇ ਗਿਆਨ ਨਹੀਂ, ਜਿਨ੍ਹਾਂ ਦਾ ਰੱਬੀ ਹੁਕਮ ਦੇ ਵਿੱਚ ਵਿਸ਼ਵਾਸ ਨਹੀਂ ਹੈ, ਉਹ ਡਰ ਰਹੇ ਨੇ ਕਿ ਜੰਤਰ ਮੰਤਰ ਦੇ ਨਾਲ ਮੇਰਾ ਨੁਕਸਾਨ ਹੋ ਸਕਦਾ ਹੈ। ਹੁਣ ਮੰਤਰ ਪੜ੍ਹ ਕੇ ਕੋਈ ਸੂਰਜ ਨੂੰ ਅੱਗੇ ਪਿੱਛੇ ਕਰ ਸਕਦਾ ਹੈ? ਕੀ ਕੋਈ ਮੰਤਰ ਪੜਨ ਵਾਲਾ ਕਾਲੇ ਇਲਮ ਵਾਲਾ ਜਾਂ ਬੰਗਾਲੀ ਜਾਦੂਗਰ ਜਾਂ ਅਸਾਮ ਦਾ ਕੋਈ ਜਾਦੂਗਰ ਜਾਂ ਹੋਰ ਦੁਨੀਆ ਦਾ ਕੋਈ ਜਾਦੂਗਰ ਆਪਣੇ ਜਾਦੂ ਦੇ ਨਾਲ ਕੀ ਮੱਸਿਆ ਵਾਲੇ ਦਿਨ ਚੰਦਰਮਾ ਨੂੰ ਚੜਾ ਸਕਦਾ ਹੈ? ਨਹੀਂ ਨਾ। ਤੇ ਜੇ ਕੋਈ ਕਹੇ ਹਾਂ ਜੀ ਫਲਾਂ ਬੰਦਾ ਤੇ ਚੜਾ ਸਕਦਾ, ਤੇ ਉਹਦੀ ਅਗਿਆਨਤਾ ਹੈ। ਤਾਂ ਜਦੋਂ ਕੋਈ ਜੰਤਰ ਮੰਤਰ ਰੱਬੀ ਹੁਕਮ ਨੂੰ ਆਸੇ-ਪਾਸੇ ਕਰ ਹੀ ਨਹੀਂ ਸਕਦਾ, ਕਿਸੇ ਨਿਯਮਾਵਲੀ ਦੇ ਅੰਦਰ ਚੇਂਜਿੰਗ ਨਹੀਂ ਕਰ ਸਕਦਾ, ਤੇ ਫਿਰ ਡਰ ਕਾਹਦਾ? ਜੰਤਰਾਂ ਮੰਤਰਾਂ ਦਾ ਡਰ ਕਾਹਦਾ? ਹੁਣ ਮੌਤ ਤੋਂ ਅਸੀਂ ਬਚ ਹੀ ਨਹੀਂ ਸਕਦੇ, ਤਾਂ ਮੌਤ ਤੋਂ ਡਰ ਕਾਹਦਾ? ਪਤਾ ਹੈ ਵੀ ਮਰਨਾ ਹੈ ਤੇ ਇੱਕ ਦਿਨ ਮਰਨਾ ਹੈ। ਤਾਂ ਇਹਦਾ ਮਤਲਬ ਇਹ ਨਹੀਂ ਵੀ ਜਾ ਕੇ ਟ੍ਰੇਨ ਥੱਲੇ ਬੰਦਾ ਸਿਰ ਦੇਵੇ, ਉਹ ਗੱਲ ਨਹੀਂ ਹੈ। ਗੱਲ ਹੈ ਕਿ ਇਹਨਾਂ ਚੀਜ਼ਾਂ ਨੂੰ ਸਮਝਣ ਦੀ, ਜਿਨ੍ਹਾਂ ਨੇ ਨਿਰਭਉ ਦੇ ਹੁਕਮ ਨੂੰ ਪਛਾਣਿਆ, ਜੋ ਨਿਰਭਉ ਪ੍ਰਭੂ ਦੇ ਨਾਲ ਜੁੜੇ, ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਇਹੋ ਜਿਹੇ ਡਰ ਨਹੀਂ ਰਹਿੰਦੇ। ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਹੋਰ ਵੀ ਡਰ ਨਹੀਂ ਰਹਿੰਦੇ, ਕਿਉਂਕਿ ਉਹਨਾਂ ਨੇ ਪਾਪ ਕਰਮ ਕੋਈ ਕਰਨਾ ਹੀ ਨਹੀਂ ਹੁੰਦਾ। ਡਰ ਉਹਨਾਂ ਦੀ ਜ਼ਿੰਦਗੀ ਵਿੱਚ ਜੋ ਧਰਮ ਨਹੀਂ ਕਮਾਉਂਦੇ। ਹਰ ਉੱਤਮ ਤਿਨੀ ਸਰੇਵਿਆ, ਜਿਨ ਕੋ ਤੁਰ ਲਿਖਿਆ ਆਹੇ। ਹਰ ਉੱਤਮ, ਜਿਹੜਾ ਹਰੀ ਸਭ ਤੋਂ ਉੱਤਮ ਹੈ। ਸਰੇਵਿਆ ਦਾ ਮਤਲਬ ਸਿਮਰਿਆ, ਯਾਦ ਕੀਤਾ, ਉਹਦੇ ਹੁਕਮ ਵਿੱਚ ਤੁਰੇ। ਜਿਨ ਕੋ ਧੁਰ ਲਿਖਿਆ ਆਹੇ। ਹੁਣ ਧੁਰ ਦਾ ਮਤਲਬ ਇਹ ਨਹੀਂ ਕਿ ਰੱਬ ਨੇ ਲਿਖਿਆ ਹੈ, ਧੁਰ ਦਾ ਮਤਲਬ ਮੁੱਢ ਤੋਂ, ਸ਼ੁਰੂ ਤੋਂ। ਜਿਵੇਂ ਸਾਡੇ ਜੀਵਨ ਦੀ ਸ਼ੁਰੂਆਤ ਹੋਈ, ਸਾਡੇ ਅੰਦਰ ਜੋ ਸੰਸਕਾਰ ਅਸੀਂ ਆਪਣੇ ਬਣਾ ਰਹੇ ਹਾਂ, ਕਿਵੇਂ ਦੇ ਸੰਸਕਾਰ ਬੰਦਾ ਬਣਾ ਰਿਹਾ ਹੈ,
ਕਿਵੇਂ ਦਾ ਬੰਦਾ ਆਪਣਾ ਸੁਭਾਅ, ਅਸੀਂ ਆਦਤਾਂ ਸਿੱਖਦੇ ਆ ਨਾ, ਇਹ ਆਪਾਂ ਬਹੁਤ ਵਾਰੀ ਗੱਲ ਐਕਸਪਲੇਨ ਕਰ ਚੁੱਕੇ ਹਾਂ ਕਿ ਜਦੋਂ ਵੀ ਅਸੀਂ ਕੁਝ ਸੋਚਦੇ ਆ, ਬੋਲਦੇ ਆ, ਉਹ ਵਿਚਾਰ ਸਾਡੇ ਅੰਦਰ ਸੁਭਾਅ ਸਾਡਾ ਬਣਾਈ ਜਾਂਦੇ ਨੇ, ਸਾਡੇ ਅੰਦਰ ਸੰਸਕਾਰ ਪੈਦਾ ਹੁੰਦੇ ਜਾਂਦੇ ਨੇ, ਇੱਕ ਨਿਊਰੋਨਲ ਪੈਟਰਨ ਬਣੀ ਜਾਂਦਾ ਹੈ, ਫਿਰ ਬੰਦਾ ਉਸ ਸੁਭਾਅ ਦੇ ਮੁਤਾਬਕ ਜ਼ਿੰਦਗੀ ਜੀਵੀ ਜਾਂਦਾ। ਤਾਂ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਆਪਣੇ ਅੰਦਰ ਚੰਗੇ ਸੰਸਕਾਰ ਲਿਖੇ ਨੇ, ਉਹਨਾਂ ਨੇ ਹਰੀ ਨੂੰ ਸੇਵਿਆ ਹੈ, ਸਿਮਰਿਆ ਹੈ, ਉਹ ਰੱਬੀ ਦਰਗਾਹ ਦੇ ਅੰਦਰ ਚੱਲੇ ਨੇ। ਹੁਣ ਇਹਦਾ ਭਾਵ ਇਹ ਨਹੀਂ ਹੈ ਕਿ ਜੇ ਅਸੀਂ ਸ਼ੁਰੂ ਤੋਂ ਨਹੀਂ ਸੇਵਿਆ ਤੇ ਬਾਅਦ ਦੇ ਅੰਦਰ ਅਸੀਂ ਰੱਬ ਨੂੰ ਨਹੀਂ ਸੇਵ ਸਕਦੇ। ਅਸੀਂ ਫਿਰ ਉਹ ਜੋ ਕਰਮ ਨੇ ਆਪਣੇ ਬਦਲ ਸਕਦੇ ਹਾਂ, ਸੁਭਾਅ ਬਦਲ ਸਕਦੇ ਹਾਂ ਟਰਾਈ ਕਰਕੇ। ਆਪਣੀਆਂ ਮਾੜੀਆਂ ਆਦਤਾਂ ਨੂੰ ਚੰਗੀਆਂ ਆਦਤਾਂ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ, ਇਹ ਪੋਸੀਬਿਲਿਟੀ ਹੈ। ਆਪਣੀਆਂ ਚਿੰਤਾਵਾਂ ਨੂੰ ਖੁਸ਼ੀਆਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਇਹ ਇੱਕ ਵੱਖਰਾ ਟੌਪਿਕ ਹੈ ਕਿ ਕਿਵੇਂ ਕਰਨਾ ਹੈ, ਫਿਰ ਆਪਾਂ ਕਿਸ ਦਿਨ ਵਿਚਾਰ ਕਰਾਂਗੇ। ਤਾਂ ਹਰ ਉੱਤਮ ਤਿਨੀ ਸਰੇਵਿਆ, ਉਹਨਾਂ ਨੇ ਹਰੀ ਦੀ ਸੇਵਾ ਕੀਤੀ ਹੈ, ਹਰੀ ਦੀ ਰਜ਼ਾ ਵਿੱਚ ਤੁਰੇ ਨੇ, ਜਿਨ੍ਹਾਂ ਨੇ ਧੁਰ ਤੋਂ ਹੀ, ਸ਼ੁਰੂ ਤੋਂ ਹੀ ਆਪਣੀ ਜ਼ਿੰਦਗੀ ਅੰਦਰ ਚੰਗੇ ਕੰਮਾਂ ਦੇ ਸੰਸਕਾਰ ਲਿਖੇ ਹੋਏ ਨੇ। ਤੇ ਹਰ ਦਰਗਾਹ ਐ ਨਾਈਏ ਹੈ, ਜਿਨ ਹਰ ਵੁੱਠਾ ਮਨ ਮਾਹੇ। ਵੁੱਠਾ ਦਾ ਮਤਲਬ ਵਸਣਾ, ਪੈਨਾਈਏ ਦਾ ਮਤਲਬ ਮੰਨੇ ਜਾਂਦੇ ਨੇ, ਉਹਨਾਂ ਨੂੰ ਸਿਰੋਪਾ ਦਿੱਤਾ ਜਾਂਦਾ ਹੈ। ਤੇ ਜੋ ਸਿਰੋਪਾ ਹੈ ਨਾ, ਉਸ ਇਨਸਾਨ ਨੂੰ ਦਿੱਤਾ ਜਾਂਦਾ ਹੈ ਜੋ ਕੋਈ ਚੰਗਾ ਕੰਮ ਕਰਦਾ ਹੈ। ਤੇ ਸਿਰੋਪਾ ਹੁੰਦਾ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਖਿੱਲਤ, ਸਿਰ ਤੋਂ ਪੈਰਾਂ ਤੱਕ ਦੀ ਪੁਸ਼ਾਕ, ਉਹਨੂੰ ਸਿਰੋਪਾ ਕਹਿੰਦੇ ਸੀ। ਅੱਜ ਅਸੀਂ ਸਿਰੋਪਾ ਸਿਰਫ ਇੱਕ ਪਰਨੇ ਨੂੰ ਕਹਿਣ ਲੱਗ ਗਏ ਆ। ਤੇ ਅੱਜ ਤੇ ਸਿਰੋਪਾ ਜਿਹੜਾ ਹੈ ਨਾ, ਉਹਨੂੰ ਅਸੀਂ ਇੱਕ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ ਹੈ। ਸਰੋਪਿਆਂ ਦੀ ਅੱਜ ਤਾਂ ਸੇਲ ਲੱਗਦੀ ਹੈ, ਇਹ ਇੱਕ ਵੱਖਰੀ ਗੱਲ ਹੈ, ਪਰ ਇੱਥੇ ਉਸ ਸਰੋਪੇ ਦੀ ਗੱਲ ਹੈ, ਮਾਣ ਸਤਿਕਾਰ ਰੱਬ ਵੱਲੋਂ ਮਿਲਦਾ ਹੈ। ਤੇ ਹਰ ਦਰਗਾਹ ਪੈਨਾਈਏ, ਜਿਨ ਹਰ ਵੁੱਠਾ ਮਨ ਮਾਹੇ। ਵੁੱਠਾ ਦਾ ਮਤਲਬ ਵਸ ਗਿਆ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਦਾ ਹੈ, ਯਾਨੀ ਜਿਨ੍ਹਾਂ ਨੇ ਆਪਣੇ ਅੰਦਰੋਂ ਪ੍ਰਗਟ ਕਰ ਲਿਆ, ਰੱਬੀ ਗੁਣਾਂ ਨੂੰ ਆਪਣੀ ਸੋਚ ਵਿੱਚ ਵਸਾ ਲਿਆ, ਉਹਨਾਂ ਨੂੰ ਫਿਰ ਰੱਬੀ ਦਰਗਾਹ ਦੇ ਅੰਦਰ ਆਦਰ ਮਿਲਦਾ ਹੈ। ਉਹਨਾਂ ਨੂੰ ਰੱਬ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ। ਉਹ ਆਪਣੇ ਅੰਦਰ ਉਸ ਪ੍ਰਭੂ ਨੂੰ ਮਹਿਸੂਸ ਕਰਦੇ ਨੇ ਤੇ ਇਸ ਦੁਨੀਆ ਦੇ ਅੰਦਰ ਵੀ ਉਹਨਾਂ ਨੂੰ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਪਿੱਛੇ ਵੀ ਮਿਲਦਾ ਰਿਹਾ ਹੈ, ਅੱਜ ਵੀ ਮਿਲ ਰਿਹਾ ਹੈ, ਆਉਣ ਵਾਲੇ ਸਮੇਂ ਦੇ ਅੰਦਰ ਵੀ ਮਿਲੇਗਾ, ਜੋ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਵਸਾ ਲੈਣਗੇ, ਮਨ, ਬਚਨ ਔਰ ਕਰਮ ਕਰਕੇ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਸ ਦੁਨੀਆ ਵਿੱਚ ਮਾਣ ਮਿਲੇ, ਪਿਆਰ ਮੁਹੱਬਤ ਮਿਲੇ, ਤਾਂ ਫਿਰ ਸਾਨੂੰ ਇਹਨਾਂ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਆਪਣੇ ਅੰਦਰ ਪਿਆਰ ਪੈਦਾ ਕਰਨਾ ਚਾਹੀਦਾ ਹੈ ਮਨੁੱਖਤਾ ਲਈ। ਆਪਣੀ ਬੋਲ ਬਾਣੀ ਵਿੱਚ ਪਿਆਰ ਪੈਦਾ ਕਰਨਾ ਚਾਹੀਦਾ ਹੈ। ਔਰ ਇਹਦੇ ਵਾਸਤੇ ਜ਼ਰੂਰੀ ਹੈ ਕਿ ਆਪਣੀ ਟੋਨ ਦੇ ਉੱਤੇ, ਬੋਲਣ ਦੀ ਜਿਹੜੀ ਟੋਨ ਹੈ, ਉਧਰ ਧਿਆਨ ਦਿੱਤਾ ਜਾਏ ਕਿ ਅਸੀਂ ਬਹੁਤ ਜ਼ਿਆਦਾ ਉੱਚੀ ਟੋਨ ਤੇ ਨਾ ਬੋਲੀਏ। ਆਪਣੇ ਚਿਹਰੇ ਨੂੰ ਰਿਲੈਕਸ ਰੱਖੀਏ, ਥੋੜਾ ਮੁਸਕਰਾਉਂਦੇ ਰਹੀਏ, ਸੱਚੇ ਬੋਲ ਬੋਲੀਏ, ਪਿਆਰ ਵਾਲੇ ਬੋਲ ਬੋਲੀਏ ਔਰ ਗੁਣਾਂ ਦੇ ਧਾਰਨੀ ਹੋਈਏ, ਗੁਣਾਂ ਨੂੰ ਇੰਪਲੀਮੈਂਟ ਕਰੀਏ, ਤਾਂ ਸਾਨੂੰ ਇਸ ਦੁਨੀਆ ਵਿੱਚ ਮਾਣ, ਆਦਰ ਔਰ ਸਤਿਕਾਰ ਮਿਲੇਗਾ। ਓਏ ਆਪ ਤਰੇ ਸਭ ਕੁਟੰਬ ਸਿਉ, ਤਿਨ ਪਿੱਛੇ ਸਭ ਜਗਤ ਛਡਾਹੇ। ਓਏ ਆਪ ਤਰੇ ਕੁਟੰਬ ਸਿਉ, ਉਹ ਆਪ ਸਾਰੇ ਪਰਿਵਾਰ ਸਮੇਤ ਸੰਸਾਰ ਸਾਗਰ ਤੋਂ ਤਰ ਜਾਂਦੇ। ਦੇਖੋ, ਸਾਡਾ ਇੱਕ ਪਰਿਵਾਰ ਤਾਂ ਸਾਡੇ ਨਾਲ ਹੈ ਹਰ ਟਾਈਮ, ਮੇਰੇ ਤੁਹਾਡੇ ਹਰ ਟਾਈਮ ਨਾਲ ਹੈ ਮੇਰਾ ਇੱਕ ਪਰਿਵਾਰ। ਉਹ ਪਰਿਵਾਰ ਕਿਹੜਾ ਹੈ? ਮੇਰੀਆਂ ਅੱਖਾਂ, ਮੇਰੇ ਕੰਨ, ਮੇਰੇ ਹੱਥ, ਮੇਰੀਆਂ ਗਿਆਨ ਇੰਦਰੀਆਂ। ਉਹ ਪਰਿਵਾਰ ਸਮੇਤ ਤਰ ਜਾਂਦਾ ਬੰਦਾ। ਹੁਣ ਆਮ ਬੰਦੇ ਦੀਆਂ ਅੱਖਾਂ ਡੁੱਬੀਆਂ ਪਈਆਂ ਨੇ ਵਿਕਾਰਾਂ ਵਿੱਚ, ਆਮ ਬੰਦੇ ਦੀ ਜ਼ਬਾਨ ਡੁੱਬੀ ਪਈ ਹੈ ਝੂਠ, ਫਰੇਬ ਔਰ ਹੰਕਾਰ ਵਿੱਚ, ਆਮ ਬੰਦੇ ਦੇ ਕੰਨ ਡੁੱਬੇ ਪਏ ਨੇ ਨਿੰਦਾ ਚੁਗਲੀ ਦੇ ਅੰਦਰ, ਹੱਥ ਡੁੱਬੇ ਪਏ ਨੇ ਨਸ਼ਿਆਂ ਵਿੱਚ ਜਾਂ ਵਿਕਾਰਾਂ ਦੇ ਅੰਦਰ। ਤਾਂ ਜਿਸ ਬੰਦੇ ਦੀ ਮੈਂਟੈਲਿਟੀ ਦੇ ਅੰਦਰ ਸੱਚ ਵਸ ਜਾਂਦਾ ਨਾ, ਉਹ ਐਸ ਆਪਣੇ ਗਿਆਨ ਇੰਦਰੀਆਂ ਦੇ ਪਰਿਵਾਰ ਸਮੇਤ ਤਰ ਜਾਂਦਾ ਹੈ। ਉਹਦੇ ਗਿਆਨ ਇੰਦਰੀਆਂ ਦੇ ਵਿੱਚ ਕੋਈ ਵਿਕਾਰ ਦਾ ਫੁਰਨਾ ਵੀ ਨਹੀਂ ਫੁਰਦਾ, ਪਹਿਲੀ ਗੱਲ। ਦੂਜਾ, ਸਾਡਾ ਪਰਿਵਾਰ ਹੈ, ਧੀਆਂ ਪੁੱਤਰ ਆਦਿਕ, ਜੇ ਉਹਨਾਂ ਦੇ ਵਿੱਚੋਂ ਵੀ ਕੋਈ ਇਹਨਾਂ ਗੱਲਾਂ ਨੂੰ ਫੋਲੋ ਕਰੇਗਾ ਤੇ ਉਹ ਵੀ ਤਰ ਜਾਣਗੇ।
ਤਿਨ ਪਿੱਛੇ ਸਭ ਜਗਤ ਛਡਾਹੇ। ਪਿੱਛੇ ਦਾ ਮਤਲਬ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਸਾਰਾ ਸੰਸਾਰ ਵੀ ਬਚ ਸਕਦਾ ਹੈ। ਉਹ ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਉਣ ਦਾ ਯਤਨ ਕਰਦੇ ਨੇ, ਤੇ ਸਾਰੇ ਸੰਸਾਰ ਤੋਂ ਜਿਹੜੇ ਲੋਕ ਉਹਨਾਂ ਪੂਰਨਿਆਂ ਤੇ ਤੁਰਦੇ ਨੇ ਉਹ ਵੀ ਛੁੱਟ ਜਾਂਦੇ ਨੇ। ਤਾਂ ਉਹ ਆਪ ਸਾਰੇ ਪਰਿਵਾਰ ਸਮੇਤ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਨੇ ਤੇ ਆਪਣੇ ਪੂਰਨਿਆਂ ਤੇ ਤੁਰ ਕੇ ਸਾਰੇ ਸੰਸਾਰ ਨੂੰ ਵੀ ਵਿਕਾਰਾਂ ਤੋਂ ਬਚਾ ਲੈਂਦੇ ਨੇ। ਜਨ ਨਾਨਕ ਕੋ ਹਰ ਮੇਲ ਜਨ, ਤਿਨ ਵੇਖ ਵੇਖ ਹਮ ਜੀਵਾਹੇ। जीवाहे नहीं बोलना, बिंदी लगा के जीवाहे। जन नानक को हर मेल हर। हे हरि, ਇਹੋ ਜੇ ਆਪਣੇ ਬੰਦੇ ਦਾਸ ਨਾਨਕ ਨੂੰ ਵੀ ਮਿਲਾ, ਅਸੀਂ ਉਹਨਾਂ ਨੂੰ ਵੇਖ ਵੇਖ ਕੇ ਜੀਵੀਏ। ਤਾਂ ਦੇਖੋ ਇੱਕ ਅਰਦਾਸ ਕਰ ਰਿਹਾ ਕਿ हे ਪ੍ਰਭੂ ਕਿਰਪਾ ਕਰਕੇ ਇਹੋ ਜਿਹੇ ਜਿਹੜੇ ਤੇਰੇ ਬੰਦੇ ਨੇ ਨਾ, ਤੇਰੇ ਜਨ ਨੇ, ਤੇਰੇ ਦਾਸ ਨੇ, ਤੇਰੇ ਰਾਹਾਂ ਤੇ ਤੁਰਨ ਵਾਲੇ ਨੇ, ਉਹ ਸਾਨੂੰ ਵੀ ਮਿਲਾ, ਸਾਨੂੰ ਉਹ ਮਿਲਣ ਤੇ ਅਸੀਂ ਵੀ ਉਹਨਾਂ ਨੂੰ ਵੇਖ ਕੇ ਜੀਵੀਏ। ਦਾ ਮਤਲਬ ਆਤਮਿਕ ਜ਼ਿੰਦਗੀ ਜੀਵੀਏ, ਅਸੀਂ ਵੀ ਉਸ ਤਰ੍ਹਾਂ ਦਾ ਜੀਵਨ ਜੀਵੀਏ, ਸਾਡੇ ਅੰਦਰ ਵੀ ਇਨਸਾਨੀਅਤ ਪੈਦਾ ਹੋਵੇ। ਗੁਰਬਾਣੀ ਦੇ ਅੰਦਰ ਕਿੰਨੇ ਪਿਆਰ ਨਾਲ ਬਾਰ-ਬਾਰ ਕਿਹਾ ਗਿਆ ਹੈ, ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਕਿ ਕੋਈ ਇਨਸਾਨ ਮੈਨੂੰ ਰੱਬ ਦੇ ਨਾਲ ਜੋੜ ਦੇ, ਕੋਈ ਜੋੜ ਦੇਵੇ, ਮੈਂ ਉਹਦੇ ਵਾਸਤੇ ਆਦਰ ਵਾਲੇ ਬੋਲ ਬੋਲਾਂ, ਮੈਂ ਆਦਰ ਕਰਾਂ। ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ, ਮੈਂ ਉਹਦੇ ਪੈਰ ਫੜ ਲਵਾਂ ਔਰ ਮੈਂ ਆਪਣੀ ਜਿੰਦ ਜਾਨ ਉਹਨੂੰ ਭੇਟਾ ਵਿੱਚ ਦੇ ਦਿਆਂ, ਆਪਣਾ ਆਪਾ ਉਹਦੇ ਤੋਂ ਕੁਰਬਾਨ ਕਰ ਦਿਆਂ। ਕੋਈ ਮੈਨੂੰ ਸ਼ੁਭ ਗੁਣਾ ਨਾਲ, ਰੱਬੀ ਰਜ਼ਾ ਨਾਲ, ਪ੍ਰਭੂ ਦੇ ਨਾਲ ਜੋੜ ਦੇਵੇ। ਤਾਂ हे ਪ੍ਰਭੂ ਸਾਨੂੰ ਐਸੇ ਇਨਸਾਨ ਮਿਲਾ। ਤਾਂ ਸਾਡੇ ਅੰਦਰ ਵੀ ਐਸੇ ਇਨਸਾਨਾਂ ਦੇ ਨਾਲ ਮਿਲਣ ਦੀ ਤਾਂਘ ਹੋਣੀ ਚਾਹੀਦੀ ਹੈ। ਹੁਣ ਜੇ ਸਾਨੂੰ ਕੋਈ ਐਸਾ ਇਨਸਾਨ ਨਹੀਂ ਮਿਲਿਆ ਤੇ ਫਿਰ ਕੀ ਕਰੀਏ? ਤਾਂ ਨਾਲ ਸਾਨੂੰ ਆਪ ਐਸੇ ਇਨਸਾਨ ਬਣਨ ਦਾ ਯਤਨ ਕਰਨਾ ਚਾਹੀਦਾ ਹੈ। ਜੇ ਮੈਨੂੰ ਕੋਈ ਐਸਾ ਇਨਸਾਨ ਨਹੀਂ ਮਿਲਿਆ ਤਾਂ ਮੈਂ ਆਪ ਐਸਾ ਬਣਾ ਜਿਸ ਕਰਕੇ ਕਿਸੇ ਹੋਰ ਦੀ ਖੋਜ ਤੇ ਪੂਰੀ ਹੋ ਜਾਏ, ਹੋਰ ਕਿਸੇ ਨੂੰ ਮਿਲ ਸਕੇ ਕੁਝ। ਤਾਂ ਸਾਨੂੰ ਐਸੇ ਇਨਸਾਨ ਆਪ ਬਣਨਾ ਚਾਹੀਦਾ ਹੈ ਔਰ ਐਸੇ ਇਨਸਾਨਾਂ ਦੇ ਨਾਲ ਮਿਲਵਰਤਨ ਕਰਨਾ ਚਾਹੀਦਾ ਹੈ, ਸੰਗਤ ਕਰਨੀ ਚਾਹੀਦੀ ਹੈ ਔਰ ਐਸੇ ਇਨਸਾਨਾਂ ਦਾ ਮਾਣ ਆਦਰ ਤੇ ਸਤਿਕਾਰ ਕਰਨਾ ਚਾਹੀਦਾ ਹੈ। ਮਹਿਲਾ ਚੌਥਾ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਹਰਿਆਵਲੀ ਦਾ ਮਤਲਬ ਹਰੀ ਭਰੀ ਸੁਹਾਵਣੀ। ਜਿਸ ਧਰਤੀ ਤੇ ਮੇਰਾ ਸਤਿਗੁਰ ਆ ਕੇ ਬੈਠ ਗਿਆ ਉਹ ਧਰਤੀ ਹਰੀ ਭਰੀ ਹੋ ਗਈ, ਭਾਗਾਂ ਵਾਲੀ ਹੈ ਉਹ ਧਰਤੀ। ਤੇ ਹੁਣ ਦੇਖੋ ਇਹ ਸਰੀਰ ਵੀ ਇੱਕ ਧਰਤੀ ਹੈ, ਸਾਡੀ ਸੋਚ ਵੀ ਇੱਕ ਧਰਤੀ ਹੈ। ਤੇ ਜੇ ਸਾਡੀ ਸੋਚ ਦੇ ਵਿੱਚ ਸਤਿਗੁਰ ਆ ਬੈਠੇ, ਗੁਰੂ ਕੌਣ ਹੈ? ਸ਼ਬਦ ਹੈ ਨਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਜੇ ਗੁਰੂ ਮੇਰੀ ਸੋਚ ਰੂਪ ਧਰਤੀ ਵਿੱਚ ਆ ਬੈਠੇ, ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਜਾਏ, ਗੁਰੂ ਦੀ ਫਿਲਾਸਫੀ ਮੇਰੀ ਸੋਚ ਅੰਦਰ ਵਸ ਜਾਏ, ਤਾਂ ਇਹ ਮੇਰੀ ਸੋਚ ਰੂਪੀ ਜਿਹੜੀ ਧਰਤੀ ਹਰੀ ਭਰੀ ਹੋ ਸਕਦੀ। ਇਹ ਸੋਚ ਵਾਲੀ ਧਰਤੀ ਹਰੀ ਭਰੀ ਹੋ ਸਕਦੀ ਹੈ। ਵੈਸੇ ਵੀ ਜਿੱਥੇ ਜਾ ਕੇ ਬਾਹਰਲੀ ਧਰਤੀ ਤੇ ਵੀ ਗੁਰੂ ਜਾ ਕੇ ਬੈਠੇਗਾ ਉਹ ਧਰਤੀ ਵੀ ਸੁਹਾਵਣੀ ਹੋ ਜਾਏਗੀ, ਕਿਉਂਕਿ ਧਰਤੀ ਆਪਣੇ ਆਪ ਦੇ ਅੰਦਰ ਨਾ ਚੰਗੀ ਹੈ ਨਾ ਮਾੜੀ ਹੈ। ਉਸ ਧਰਤੀ ਦੇ ਉੱਤੇ ਰਹਿਣ ਵਾਲਾ ਕਰਮ ਕੀ ਕਰਦਾ ਹੈ ਜਾਂ ਅਸੀਂ ਉਸ ਧਰਤੀ ਨੂੰ ਯੂਜ਼ ਕਿਵੇਂ ਕਰਦੇ ਹਾਂ, ਉਹ ਉਹਨੂੰ ਚੰਗਾ ਔਰ ਮਾੜਾ ਬਣਾਉਂਦੇ। ਦੇਖੋ ਗੁਰਦੁਆਰੇ ਸਾਹਿਬਾਨ ਨੇ, ਇਹ ਵੀ ਧਰਤੀ ਉੱਤੇ ਨੇ, ਤੇ ਜੋ ਸ਼ਰਾਬ ਆਦਿਕ ਦੇ ਠੇਕੇ ਨੇ ਉਹ ਵੀ ਧਰਤੀ ਤੇ। ਹੁਣ ਇੱਕ ਧਰਤੀ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਤੇ ਦੂਜੀ ਧਰਤੀ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ। ਇੱਕ ਧਰਤੀ ਐਸੀ ਹੈ ਜਿੱਥੇ ਸ਼ੇਖ ਸੱਜਣ ਵਰਗਾ ਬੈਠਾ ਹੈ, ਉਹਨੇ ਉੱਥੇ ਮਸਜਿਦ ਵੀ ਬਣਾਈ ਹੈ, ਮੰਦਿਰ ਵੀ ਬਣਾਇਆ ਹੈ, ਧਰਮਸ਼ਾਲਾ ਵੀ ਬਣਾਈ ਹੋਈ ਹੈ, ਧਾਰਮਿਕ ਚੋਲਾ ਵੀ ਪਾ ਕੇ ਬੈਠਾ ਹੈ, ਪਰ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਲੁੱਟ ਰਿਹਾ ਹੈ, ਲੋਕਾਂ ਨੂੰ ਕਤਲ ਕਰ ਰਿਹਾ ਹੈ, ਲਾਸ਼ਾਂ ਵੀ ਖੁਰਦ-ਬੁਰਦ ਕਰ ਰਿਹਾ ਹੈ। ਉਹ ਧਰਤੀ ਕਤਲਗਾਹ ਬਣੀ ਹੋਈ ਹੈ। ਪਰ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਜਾਂਦੇ ਨੇ, ਸੱਜਣ ਗੁਰੂ ਚਰਨਾਂ ਤੇ ਝੁਕਦਾ ਹੈ, ਗੁਰੂ ਦੇ ਪਾਵਨ ਬਚਨਾਂ ਦਾ ਅਨੁਸਾਰੀ ਹੋ ਕੇ ਜਿਉਣਾ ਸ਼ੁਰੂ ਕਰਦਾ ਹੈ,
ਤਾਂ ਸੱਜਣ ਦੀ ਜਿਹੜੀ ਸੋਚ ਰੂਪੀ ਧਰਤੀ ਸੀ ਉਹ ਵੀ ਹਰੀ ਭਰੀ ਹੋ ਗਈ। ਉੱਥੇ ਸਤ ਸੰਤੋਖ ਦਇਆ ਧਰਮ ਆਦਿਕ ਪੈਦਾ ਹੋ ਗਏ ਤੇ ਜਿਹੜਾ ਉਹ ਕਤਲਗਾਹ ਬਣਿਆ ਹੋਇਆ ਸੀ ਉਹ ਵੀ ਗੁਰਦੁਆਰੇ ਵਿੱਚ ਕਨਵਰਟ ਹੋ ਗਿਆ। ਗੱਲ ਤਾਂ ਗਿਆਨ ਦੀ ਹੈ, ਗੱਲ ਤਾਂ ਫਿਲਾਸਫੀ ਦੀ, ਵਿਚਾਰਧਾਰਾ ਦੀ ਹੈ। ਉਸ ਚੀਜ਼ ਨੂੰ ਅਸੀਂ ਵਰਤ ਕਿਵੇਂ ਰਹੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੱਥੇ ਸਤਿਗੁਰ ਮੇਰਾ ਆ ਕੇ ਬਹਿ ਗਿਆ ਉਹ ਧਰਤੀ ਹਰੀ ਭਰੀ ਹੋ ਗਈ। ਇਹ ਚੀਜ਼ ਨੂੰ ਥੋੜਾ ਹੋਰ ਸਮਝੀ, ਕਿਉਂਕਿ ਸਾਨੂੰ ਇਥੋਂ ਜ਼ਿੰਦਗੀ ਵਾਸਤੇ ਬਹੁਤ ਕੁਝ ਮਿਲ ਰਿਹਾ ਹੈ। ਕਬੀਰ ਜੀ ਸਾਨੂੰ ਸਮਝਾਉਂਦੇ ਨੇ, ਕਬੀਰ ਜਾ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ ਹੈ, ਤੇ ਕਰ ਮਰਹਟ ਸਾਰਖੇ, ਭੂਤ ਵਸੈ ਤਿਨ ਮਾਹੇ। ਜਿਨ੍ਹਾਂ ਘਰਾਂ ਅੰਦਰ ਰੱਬੀ ਗੁਣ ਨਹੀਂ ਗਾਏ ਜਾਂਦੇ, ਜਿੱਥੇ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਵੀ ਜਾਂਦੀ, ਉਹ ਘਰ ਮੜੀਆਂ ਵਰਗੇ ਬਣ ਜਾਂਦੇ ਨੇ ਤੇ ਉਹਨਾਂ ਘਰਾਂ ਦੇ ਵਿੱਚ ਵਸਣ ਵਾਲੇ ਲੋਕ ਭੂਤ ਨੇ ਹੋ ਨਿਬੜਦੇ। ਧਰਤੀ ਹੋ ਗਈ ਨਾ ਸ਼ਮਸ਼ਾਨ, ਬੰਦੇ ਬਣ ਗਏ ਨਾ ਭੂਤ ਨੇ। ਤੇ ਗੁਰੂ ਜੀ ਕਹਿੰਦੇ ਨੇ ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਤੇ ਜੇ ਉਸੇ ਘਰ ਦੇ ਅੰਦਰ ਕੋਈ ਸੱਚ ਬੋਲਦਾ ਹੈ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹੀ ਜਿਹੜੀ ਧਰਤੀ ਹੈ ਉਹ ਹਰੀ ਭਰੀ ਹੋ ਜਾਏਗੀ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਸਵਰਗ ਹੋ ਜਾਣ, ਸਾਡੀ ਸੋਚ ਸਵਰਗ ਹੋ ਜਾਏ, ਤਾਂ ਸਾਨੂੰ ਗੁਰੂ ਨੂੰ ਆਪਣੇ ਘਰ ਵਿੱਚ ਬਿਠਾ ਲੈਣਾ ਚਾਹੀਦਾ ਹੈ। ਘਰ ਵਿੱਚ ਬਿਠਾਉਣ ਦਾ ਮਤਲਬ ਆਪਣੀ ਸੋਚ ਦੇ ਅੰਦਰ ਗੁਰਮਤਿ ਗਿਆਨ ਨੂੰ ਵਸਾ ਲੈਣਾ ਚਾਹੀਦਾ ਹੈ, ਗੁਰੂ ਦੀ ਵਿਚਾਰਧਾਰਾ ਨੂੰ ਵਸਾ ਲੈਣਾ ਚਾਹੀਦਾ ਹੈ। ਫਿਰ ਇਹ ਸਾਡਾ ਵੀ ਜੀਵਨ ਹਰਾ ਭਰਾ ਹੋ ਜਾਏਗਾ, ਇੱਥੇ ਵੀ ਬਸੰਤ ਬਹਾਰ ਆ ਜਾਏਗੀ, ਖੁਸ਼ੀਆਂ ਖੇੜੇ ਔਰ ਪ੍ਰਸੰਨਤਾ ਆ ਜਾਣਗੀ। ਸੇ ਜੰਤ ਭਏ ਹਰਿਆਵਲੇ, ਜਿਨਨੀ ਮੇਰਾ ਸਤਿਗੁਰ ਦੇਖਿਆ ਜਾਏ। ਜੰਤ ਦਾ ਮਤਲਬ ਜੀਵ ਜੰਤ, ਮਨੁੱਖ ਮਾਤਰ। ਉਹ ਜੀਵ ਜੰਤ ਹਰੇ ਭਰੇ ਹੋ ਗਏ, ਉਹਨਾਂ ਦੇ ਹਿਰਦੇ ਖਿੜ ਪਏ, ਉਹਨਾਂ ਦੇ ਅੰਦਰ ਇਨਸਾਨੀਅਤ ਪੈਦਾ ਹੋ ਗਈ, ਜਿਨ੍ਹਾਂ ਨੇ ਮੇਰੇ ਸਤਿਗੁਰੂ ਦਾ ਦਰਸ਼ਨ ਕੀਤਾ, ਜਿਨ੍ਹਾਂ ਨੇ ਜਾ ਕੇ ਗੁਰੂ ਦੇ ਦਰਸ਼ਨ ਕੀਤੇ, ਗੁਰੂ ਤੋਂ ਗਿਆਨ ਦੀ ਦਾਤ ਲਈ, ਗੁਰੂ ਦੇ ਦਰਸ਼ਨ ਨੂੰ ਅਪਣਾਇਆ, ਫਿਲਾਸਫੀ ਨੂੰ ਅਪਣਾ ਲਿਆ, ਉਹ ਲੋਕ ਵੀ ਹਰੇ ਭਰੇ ਹੋ ਗਏ। ਔਰ ਹਕੀਕਤ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਜੇ ਅਸੀਂ ਖਾਸ ਕਰਕੇ ਇੰਡੀਆ ਨੂੰ ਦੇਖੀਏ ਔਰ ਉਸ ਤੇ ਲਾਗੇ ਦੇ ਦੇਸ਼ਾਂ ਨੂੰ ਤੱਕੀਏ, ਤਾਂ ਕਿਵੇਂ ਧਰਮ ਦੇ ਨਾਮ ਦੇ ਉੱਤੇ ਅੰਧ ਵਿਸ਼ਵਾਸ ਸਨ, ਕਿਵੇਂ ਮਨੁੱਖਤਾ ਬ੍ਰਾਹਮਣ, ਕਸ਼ਤਰੀ, ਸ਼ੂਦਰ, ਵੈਸ਼ ਚਾਰ ਵਰਨਾਂ ਵਿੱਚ ਵੰਡੀ ਸੀ, ਕਿਵੇਂ ਰਾਜੇ ਪਾਪ ਕੁਮਾਰੇ ਸਨ, ਐਲਕਾਰ ਰਿਸ਼ਵਤਖੋਰ ਸਨ, ਔਰਤ ਦੀ ਬੇਪੱਤੀ ਹੋ ਰਹੀ ਸੀ, ਔਰਤ ਨੂੰ ਬਰਾਬਰ ਦਾ ਅਧਿਕਾਰ ਹੀ ਨਹੀਂ ਸੀ, ਤੇ ਹੋਰ ਕਿੰਨਾ ਸਾਰਾ ਗੜਬੜ ਸੀ। ਲੋਕਾਂ ਨੂੰ, ਬੱਚਿਆਂ ਨੂੰ, ਇਹ ਔਰਤਾਂ ਨੂੰ ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਸੀ। ਪਰ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਲੋਕ ਮਿਲੇ, ਗੁਰੂ ਨਾਨਕ ਦੇਵ ਜੀ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਗਏ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ, ਉਹਨਾਂ ਦੇ ਹਿਰਦੇ ਖਿੜ ਆਏ, ਉਹਨਾਂ ਦੇ ਅੰਦਰੋਂ ਵਿਕਾਰ ਖਤਮ ਹੋ ਗਏ, ਉਹਨਾਂ ਨੇ ਸ਼ੁਭ ਗੁਣ ਧਾਰਨ ਕਰ ਲਏ। ਅੱਜ ਵੀ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਅੰਦਰ ਵੀ ਸੁੱਖਾਂ ਦੇ ਬਾਗ ਖਿੜਨ, ਆਨੰਦ ਦੇ ਫਲ ਲੱਗਣ, ਤਾਂ ਅੱਜ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਦਰਸ਼ਨ ਦੀਦਾਰ, ਪਾਠ ਦੀਦਾਰ ਕਰਨਾ ਚਾਹੀਦਾ ਹੈ। ਪਾਠ ਪੜ੍ਹੀਏ, ਅਰਥਾਂ ਭਾਵਾਂ ਨੂੰ ਵਿਚਾਰੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਜਿਹੜਾ ਵੀ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੇਗਾ ਉਹਦਾ ਜੀਵਨ ਹਰਾ ਭਰਾ ਹੋ ਜਾਏਗਾ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਜਨਨੀ ਦਾ ਮਤਲਬ ਜਨਨ ਵਾਲੀ। ਹੇ ਮਾਂ, ਉਹ ਪਿਓ ਭਾਗਾਂ ਵਾਲਾ ਹੈ, ਉਹ ਕੁੱਲ ਭਾਗਾਂ ਵਾਲੀ ਹੈ, ਜਿਨਨੇ ਸਤਿਗੁਰ ਨੂੰ ਜਣਿਆ ਹੈ, ਜਨਮ ਦਿੱਤਾ ਹੈ। ਹੁਣ ਮਹਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਜੀ ਭਾਗਾਂ ਵਾਲੇ ਨੇ, ਜਿਨ੍ਹਾਂ ਨੇ ਸੰਸਾਰ ਨੂੰ ਇੱਕ ਐਸੀ ਮਹਾਨ ਸ਼ਖਸੀਅਤ ਦਿੱਤੀ ਹੈ। ਪਹਿਲੀ ਗੱਲ ਤੇ ਉਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਲੈ ਕੇ ਅੱਗੇ ਹੁਣ ਸਾਡੇ ਵੀ ਇੱਕ ਮਾਂ-ਬਾਪ ਵੱਖਰੇ ਵੀ ਨੇ। ਇੱਕ ਤਾਂ ਸਾਡੇ ਮਤਲਬ ਬਾਇਓਲੋਜੀਕਲੀ ਮਾਂ-ਬਾਪ ਹੈ ਹੀ ਨੇ ਨਾ, ਤੇ ਗੁਰੂ ਜੀ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸ਼ੇਕ। ਅੱਗੋਂ ਹੁਣ ਜਿਨ੍ਹਾਂ ਦੀ ਮਤ ਰੂਪ ਮਾਂ ਔਰ ਸੰਤੋਖ ਰੂਪ ਪਿਤਾ ਨੇ ਗੁਰੂ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਜਨਮ ਦੇ ਦਿੱਤਾ, ਉਹ ਲੋਕ ਵੀ ਧੰਤਾਯੋਗ ਹੋ ਜਾਣਗੇ।
ਤਾਂ ਗੁਰੂ ਜੀ ਕਹਿੰਦੇ ਨੇ ਉਹ ਮਾਂ ਪਿਓ ਭਾਗਾਂ ਵਾਲਾ, ਕੁੱਲ ਭਾਗਾਂ ਵਾਲੀ, ਜਿਨਨੇ ਸਤਿਗੁਰ ਨੂੰ ਜਣਿਆ, ਜਿਨਨੇ ਸਤਿਗੁਰ ਨੂੰ ਜਨਮ ਦਿੱਤਾ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ। ਗੁਰੂ ਜੀ ਬਚਨ ਕਰਦੇ ਨੇ ਕਿ ਗੁਰੂ ਧੰਤਾ ਯੋਗ ਹੈ, ਉਹ ਸਤਿਗੁਰੂ ਧੰਨ ਹੈ ਜਿਨ ਨਾਮ ਅਰਾਧਿਆ, ਜਿਨੇ ਰੱਬੀ ਹੁਕਮ ਨੂੰ ਪਛਾਣਿਆ, ਜੋ ਰੱਬੀ ਹੁਕਮ ਦੇ ਅੰਦਰ ਤੁਰਿਆ, ਪ੍ਰਭੂ ਦੀ ਸਿਫਤ ਸਲਾਹ ਕੀਤੀ, ਆਪ ਤਰਿਆ, ਆਪ ਵੀ ਵਿਕਾਰਾਂ ਤੋਂ ਬਚਿਆ, ਤੇ ਜਿਨ੍ਹਾਂ ਨੂੰ ਗੁਰੂ ਮਿਲਿਆ, ਜਿਨ੍ਹਾਂ ਨੇ ਗੁਰੂ ਦੀ ਆਰਾਧਨਾ ਕੀਤੀ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰੇ, ਉਹਨਾਂ ਨੂੰ ਵੀ ਗੁਰੂ ਨੇ ਵਿਕਾਰਾਂ ਤੋਂ ਬਚਾ ਲਿਆ, ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ। ਹੁਣ ਗੁਰੂ ਜੀ ਆਪ ਰੱਬੀ ਹੁਕਮ ਦੇ ਅੰਦਰ ਚੱਲ ਰਹੇ ਨੇ ਔਰ ਆਪ ਬਚਨ ਕਰ ਰਹੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਤੇ ਨਾਲ ਕਹਿ ਰਹੇ ਨੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਤੇ ਨਾਲ ਆਪ ਹੁਕਮ ਦੇ ਅੰਦਰ ਚੱਲੇ ਨੇ। ਗੁਰਬਾਣੀ ਅੰਦਰ ਉਹ ਬਚਨ ਕਹੇ ਗਏ ਨੇ ਜੋ ਤਜਰਬੇ ਚੋਂ ਆਏ ਨੇ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਤਾਂ ਗੁਰੂ ਦੇ ਜੋ ਦੱਸੇ ਰਾਹ ਤੇ ਤੁਰਨਗੇ, ਉਹ ਲੋਕ ਵੀ ਤਾਰ ਜਾਣਗੇ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਇੱਥੇ ਪਾਏ ਨਹੀਂ ਬੋਲਣਾ, ਪਾਏ ਚਰਨ। ਹੇ ਹਰੀ ਮਿਹਰ ਕਰਕੇ ਮੈਨੂੰ ਵੀ ਸਤਿਗੁਰੂ ਮਿਲਾ, ਮੈਂ ਗੁਰੂ ਦੇ ਪੈਰ ਧੋਵਾਂ, ਭਾਵ ਕਿ ਮੈਂ ਗੁਰੂ ਦੇ ਦੱਸੇ ਰਾਹਾਂ ਤੇ ਚੱਲਾਂ, ਮੈਂ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਵਾਂ। ਤਾਂ ਪ੍ਰਭੂ ਅੱਗੇ ਅਰਦਾਸ ਚੋਦੜੀ ਕਿ ਮੈਂ ਗੁਰੂ ਦੇ ਨਾਲ ਮਿਲਾਂ, ਆਪਣੇ ਆਪੇ ਦੇ ਨਾਲ ਕਮਿਟਮੈਂਟ, ਆਪਣੇ ਆਪੇ ਦੇ ਨਾਲ ਪ੍ਰਤਿਗਿਆ ਕਿ ਮੈਂ ਗੁਰੂ ਨੂੰ ਮਿਲਾਂਗਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਾਂਗਾ। ਹੇ ਪ੍ਰਭੂ ਮੇਰੇ ਤੇ ਵੀ ਰਹਿਮਤ ਕਰ, ਮੈਨੂੰ ਗੁਰੂ ਦਾ ਮੇਲ ਬਖਸ਼, ਮੈਂ ਗੁਰੂ ਦੇ ਨਾਲ ਮਿਲ ਜਾਵਾਂ ਤੇ ਮੈਂ ਵੀ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਜੀਵਨ ਮੁਕਤ ਹੋਵਾਂ। ਪੌੜੀ। ਸੱਚ ਸੱਚਾ ਸਤਿਗੁਰ ਅਮਰ ਹੈ, ਜਿਸ ਅੰਦਰ ਹਰ ਉਰ ਧਾਰਿਆ। ਸੱਚ ਸੱਚਾ ਸਤਿਗੁਰ ਅਮਰ ਹੈ। ਹੁਣ ਸੱਚਾ ਸਤਿਗੁਰ ਜਿਹੜਾ ਹੈ ਨਾ, ਉਹ ਅਮਰ ਪ੍ਰਭੂ ਦਾ ਰੂਪ ਹੈ। ਅਮਰ ਦਾ ਮਤਲਬ ਅਮਰ, ਜੋ ਕਦੇ ਮਰਨ ਵਾਲਾ ਨਹੀਂ ਹੈ, ਜਿਨੇ ਕਦੇ ਖਤਮ ਨਹੀਂ ਹੋਣਾ। ਸਤਿਗੁਰੂ ਸਦਾ ਸਥਿਰ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ। ਸੱਚ ਸੱਚਾ ਸਤਿਗੁਰ ਅਮਰ ਹੈ, ਯਾਨੀ ਗੁਰੂ ਸੱਚਾ ਹੈ ਔਰ ਸदैवी ਪ੍ਰਭੂ ਦਾ ਰੂਪ ਹੈ। ਔਰ ਗੁਰੂ ਜਿਹੜਾ ਹੈ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ, ਅਬਿਨਾਸ਼ੀ ਹੈ, ਕਿਉਂਕਿ ਗੁਰੂ ਸ਼ਬਦ ਹੈ, ਗੁਰੂ ਗਿਆਨ ਹੈ, ਤੇ ਗਿਆਨ ਕਦੇ ਵੀ ਖਤਮ ਨਹੀਂ ਹੁੰਦਾ, ਸਿਧਾਂਤ ਕਦੇ ਵੀ ਖਤਮ ਨਹੀਂ ਹੁੰਦਾ, ਸੱਚ ਕਦੇ ਵੀ ਖਤਮ ਨਹੀਂ ਹੁੰਦਾ। ਜਿਸ ਅੰਦਰ ਹਰ ਉਰ ਧਾਰਿਆ, ਕਿਉਂਕਿ ਉਹਨੇ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਧਾਰਿਆ ਹੋਇਆ ਹੈ, ਪਰੋਤਾ ਹੋਇਆ ਹੈ। ਗੁਰੂ ਦੀ ਸੋਚ ਦੇ ਅੰਦਰ ਪ੍ਰਭੂ ਹੈ, ਇਸ ਲਈ ਗੁਰੂ ਰੱਬ ਦਾ ਹੀ ਰੂਪ ਹੈ। ਤੇ ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਵੀ ਕੀਤਾ ਹੈ, ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਔਰ ਪ੍ਰਭੂ ਇੱਕ ਨੇ, ਕਿਉਂਕਿ ਪ੍ਰਭੂ ਆਤਮਿਕ ਤੌਰ ਤੇ ਗੁਰੂ ਆਤਮਿਕ ਤੌਰ ਤੇ ਪ੍ਰਭੂ ਦੇ ਅੰਦਰ ਲੀਨ ਹੋ ਕੇ ਪ੍ਰਭੂ ਦਾ ਹੀ ਰੂਪ ਹੋ ਗਿਆ ਹੈ। ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਪੁਰਖ ਦਾ ਮਤਲਬ ਸੂਰਮਾ, ਬਿਖ ਦਾ ਮਤਲਬ ਜ਼ਹਿਰ, ਜਿਨ ਦਾ ਮਤਲਬ ਜਿਸ ਨੇ। ਜਦੋਂ ਵੀ ਜਿਨ ਔਰ ਤਿੰਨ ਦੇ ਨੰਨੇ ਦੇ ਨਾਲ ਸਿਹਾਰੀ ਲੱਗੀ ਹੋਈ ਨਾ, ਤਾਂ ਉਹ ਹਮੇਸ਼ਾ ਇੱਕਵਚਨੀ ਸ਼ਬਦ ਹੁੰਦਾ ਹੈ, ਸਿੰਗੂਲਰ। ਤਾਂ ਸਤਿਗੁਰੂ ਸਦਾ ਸਥਿਰ ਰਹਿਣ ਵਾਲੇ ਵਿਆਪਕ ਪ੍ਰਭੂ ਦਾ ਰੂਪ ਹੈ, ਸੂਰਮਾ ਹੈ, ਸਰਬ ਸ਼ਕਤੀਮਾਨ ਹੈ। ਜਿਨ ਕਾਮ ਕ੍ਰੋਧ ਬਿਖ ਮਾਰਿਆ, ਜਿਸ ਨੇ ਆਪਣੇ ਹਿਰਦੇ ਵਿੱਚੋਂ ਕਾਮ ਔਰ ਕ੍ਰੋਧ ਆਦਿਕ ਜ਼ਹਿਰ ਨੂੰ ਮਾਰ ਦਿੱਤਾ ਹੈ। ਕਾਮ ਔਰ ਕ੍ਰੋਧ ਰੂਪ ਜ਼ਹਿਰ ਨੂੰ ਮਾਰ ਦਿੱਤਾ। ਸੱਚਾ ਸਤਿਗੁਰੂ ਮਹਾਨ ਵੱਡਾ ਸ਼ੂਰਮਾ ਹੈ ਔਰ ਵਿਆਪਕ ਪ੍ਰਭੂ ਦਾ ਰੂਪ ਹੈ, ਜਿਨਨੇ ਆਪਣੀ ਜ਼ਿੰਦਗੀ ਚੋਂ ਕਾਮ ਕ੍ਰੋਧ ਆਦਿਕ ਜ਼ਹਿਰ ਨੂੰ ਖਤਮ ਕਰ ਦਿੱਤਾ। ਹੁਣ ਕਾਮ ਔਰ ਕ੍ਰੋਧ ਨੂੰ ਮਾਰਨਾ ਜ਼ਹਿਰ ਨੂੰ ਮਾਰਨਾ ਹੈ, ਕਿਉਂਕਿ ਕਾਮ ਔਰ ਕ੍ਰੋਧ ਜ਼ਹਿਰ ਵੀ ਹੋ ਸਕਦੇ ਨੇ, ਤੇ ਇਹਨਾਂ ਨੂੰ ਤੁਸੀਂ ਚੰਗੇ ਰੂਪ ਦੇ ਵਿੱਚ ਵੀ ਵਰਤ ਸਕਦੇ ਹੋ। ਇਹ ਹੁਣ ਵਰਤਨ ਵਾਲੇ ਤੇ ਡਿਪੈਂਡ ਕਰੇਗਾ। ਜਿਵੇਂ ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਪਾਈ।
ਹੁਣ ਕਾਮ ਨੂੰ ਜੇਕਰ ਬਿਲਕੁਲ ਖਤਮ ਕਰ ਦਿੱਤਾ ਜਾਏ ਤਾਂ ਇਹ ਦੁਨੀਆ ਚੱਲ ਨਹੀਂ ਸਕਦੀ, ਕਿਉਂਕਿ ਕਾਮ ਖਤਮ ਹੋਣ ਤੋਂ ਬਾਅਦ ਕੋਈ ਬੱਚਾ ਇਸ ਦੁਨੀਆ 'ਚ ਪੈਦਾ ਨਹੀਂ ਹੋਏਗਾ, ਕੋਈ ਪਸ਼ੂ ਨਹੀਂ ਪੈਦਾ ਹੋਏਗਾ, ਕੋਈ ਪੰਛੀ ਪੈਦਾ ਨਹੀਂ ਹੋਏਗਾ, ਇੱਥੋਂ ਤੱਕ ਕਿ ਫਲ ਵੀ ਪੈਦਾ ਨਹੀਂ ਹੋਣਗੇ। ਇਸ ਲਈ ਕਾਮ ਨੂੰ ਖਤਮ ਨਹੀਂ ਕਰਨਾ, ਇਹਦੀ ਵਰਤੋਂ ਸਹੀ ਕਰਨੀ ਹੈ। ਜਦੋਂ ਬੰਦਾ ਕਾਮ ਦੀ ਸਹੀ ਵਰਤੋਂ ਕਰਦਾ ਨਾ ਐਨਰਜੀ ਦੀ, ਤਾਂ ਉਦੋਂ ਇਹ ਵੀਰ ਰਸ, ਉਦੋਂ ਇਹ ਲੱਜਾ ਔਰ ਹਯਾ ਦੇ ਰੂਪ ਵਿੱਚ ਸ਼ਕਤੀ ਵਰਤੀ ਜਾਏਗੀ। ਐਨਰਜੀ ਹੈ ਨਾ, ਅਸੀਂ ਐਨਰਜੀ ਨੂੰ ਖਤਮ ਨਹੀਂ ਕਰ ਸਕਦੇ, ਇਹਨੂੰ ਕਨਵਰਟ ਕਰ ਸਕਦੇ ਹਾਂ। ਜੋ ਕਾਮ ਹੈ ਇਹ ਲੱਜਾ, ਹਯਾ, ਸ਼ਰਮ ਦੇ ਰੂਪ ਵਿੱਚ ਬਦਲ ਜਾਏਗਾ। ਫਿਰ ਆਪਣੀ ਔਰਤ ਤੋਂ ਇਲਾਵਾ ਹਰ ਔਰਤ ਆਪਣੀ ਬੇਟੀ, ਭੈਣ ਔਰ ਮਾਂ ਦਿਸੇਗੀ, ਤੇ ਹਰ ਔਰਤ ਨੂੰ ਆਪਣੇ ਪਤੀ ਤੋਂ ਇਲਾਵਾ ਬੇਗਾਨਾ ਜੋ ਬੰਦਾ ਹੈ ਉਹ ਪੁੱਤਰ, ਪਿਓ ਔਰ ਭਰਾ ਦੇ ਰੂਪ ਵਿੱਚ ਦੱਸੇਗਾ। ਐਨਰਜੀ ਹੈ ਨਾ, ਉਹਨੂੰ ਐਵੇਂ ਯੂਜ਼ ਕਰਨਾ ਹੈ। ਜੋ ਕ੍ਰੋਧ ਹੈ, ਜੇ ਕ੍ਰੋਧ ਨੂੰ ਖਤਮ ਕਰ ਦਿਓਗੇ ਤਾਂ ਜ਼ਿੰਦਗੀ ਨਹੀਂ ਚੱਲੇਗੀ, ਕਿਉਂਕਿ ਕੁਦਰਤ ਨੇ, ਰੱਬ ਨੇ ਜੋ ਕੁਝ ਪੈਦਾ ਕੀਤਾ ਹੈ ਉਹ ਸਹੀ ਪੈਦਾ ਕੀਤਾ ਹੈ। ਇਸ ਲਈ ਕ੍ਰੋਧ ਦੀ ਵਰਤੋਂ ਠੀਕ ਕਰਨੀ। ਇੱਕ ਤਾਂ ਕ੍ਰੋਧ ਜ਼ਹਿਰੀਲਾ ਹੈ, ਜ਼ਹਿਰ ਜੋ ਅਸੀਂ ਵਰਤ ਰਹੇ ਹਾਂ, ਜੋ ਪਤੀ ਪਤਨੀ ਆਪਸ ਦੇ ਵਿੱਚ ਵਰਤ ਰਹੇ ਨੇ, ਰੋਜ਼ ਡਾਂਗ ਖੜਕ ਰਹੀ ਹੈ। ਬੱਚਿਆਂ ਨਾਲ ਲੋਕ ਵਰਤ ਰਹੇ ਨੇ, ਬੱਚਿਆਂ ਨੂੰ ਕੁੱਟ ਰਹੇ ਨੇ, ਬੱਚੇ ਅੱਗੋਂ ਮਾਂ ਬਾਪ ਦੇ ਨਾਲ। ਇਹ ਤਾਂ ਕ੍ਰੋਧ ਹੈ, ਜ਼ਹਿਰ, ਲੜਾਈ, ਦੰਗੇ ਫਸਾਦ ਵਾਲਾ, ਨਿੱਕੀ ਨਿੱਕੀ ਗੱਲ ਤੋਂ ਟੱਪ ਟੱਪ ਕੇ ਕੰਧਾਂ ਤੋਂ ਪਾਰ ਜਾਣਾ, ਤੋੜ ਫੋੜ ਕਰਨੀ। ਲੇਕਿਨ ਜਦੋਂ ਇਹਨੂੰ ਸਹੀ ਵਰਤੋਂ ਕਰਾਂਗੇ ਨਾ ਇਸ ਐਨਰਜੀ ਦੀ, ਉਦੋਂ ਫਿਰ ਇਹ ਕ੍ਰੋਧ ਵੀਰ ਰਸ ਦੇ ਵਿੱਚ ਕਨਵਰਟ ਹੋ ਜਾਏਗਾ। ਫਿਰ ਬੰਦਾ ਹਿਊਮਨ ਰਾਈਟਸ ਵਾਸਤੇ ਲੜੇਗਾ। ਫਿਰ ਬੰਦਾ ਇਸ ਕ੍ਰੋਧ ਦੇ ਵਿੱਚ ਜੋ ਗਲਤ ਐਨਰਜੀ ਯੂਜ਼ ਕਰ ਰਿਹਾ ਨਾ, ਉਸ ਐਨਰਜੀ ਨੂੰ ਆਪਣੇ ਅੰਦਰੋਂ ਲੋਭ, ਮੋਹ ਆਦਿਕ ਨੂੰ ਖਤਮ ਕਰਨ ਦੇ ਵਿੱਚ ਲਾਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਨੇ ਆਪਣੇ ਅੰਦਰੋਂ ਕਾਮ, ਕ੍ਰੋਧ, ਰੂਪ, ਬਿਖ ਨੂੰ ਖਤਮ ਕਰ ਲਿਆ ਹੈ, ਜ਼ਹਿਰ ਨੂੰ ਖਤਮ ਕਰ ਦਿੱਤਾ ਹੈ। ਤਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਹੈ, ਤੇ ਇਹਨਾਂ ਜ਼ਹਿਰਾਂ ਨੂੰ ਖਤਮ ਅਸੀਂ ਕਰ ਸਕਦੇ ਹਾਂ ਜੇ ਅਸੀਂ ਗੁਰੂ ਦੱਸੇ ਰਾਹਾਂ ਤੇ ਤੁਰਾਂਗੇ। ਸਾਡੇ ਤੇ ਵੀ ਗੁਰੂ ਰਹਿਮਤ ਕਰੇਗਾ। ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ। ਸਾਧਾਰਿਆ ਦਾ ਮਤਲਬ ਸਹਿਤ ਆਸਰੇ ਹੋ ਗਿਆ, ਧੀਰਜ ਵਾਲਾ ਹੋ ਗਿਆ। ਗੁਰੂ ਜੀ ਕਹਿੰਦੇ ਨੇ, ਜਦੋਂ ਮੈਂ ਅਜਿਹਾ ਪੂਰਾ ਸਤਿਗੁਰੂ ਵੇਖਿਆ, ਮੀਨਸ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਗਿਆ, ਤਾਂ ਮੇਰਾ ਮਨ ਵੀ ਧੀਰਜ ਵਾਲਾ ਹੋ ਗਿਆ, ਮੇਰੇ ਅੰਦਰ ਵੀ ਧੀਰਜ ਆ ਗਿਆ, ਮੇਰੇ ਅੰਦਰ ਵੀ ਭਰੋਸਾ ਪੈਦਾ ਹੋ ਗਿਆ ਕਿ ਮੈਂ ਵੀ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਪਾਰ ਹੋ ਸਕਦਾ। ਗੁਰੂ ਦੇ ਬਚਨਾਂ ਤੇ ਮੈਨੂੰ ਵੀ ਵਿਸ਼ਵਾਸ ਆ ਗਿਆ। ਗੁਰੂ ਜੀ ਨੇ ਇੱਕ ਬੜਾ ਪਿਆਰਾ ਬਚਨ ਕੀਤਾ ਹੈ, ਕਹਿਣ ਲੱਗੇ, ਛੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਦਰਿਆ ਦੇ ਵਿੱਚ ਪਾਣੀ ਭਰਿਆ ਹੋਇਆ ਹੈ, ਦਰਿਆ ਦੇ ਕਿਨਾਰੇ ਦੇ ਉੱਤੇ ਕੁਝ ਲੋਕ ਖੜੇ ਹੋਏ ਨੇ ਤੇ ਦਰਿਆ ਵਿੱਚ ਵੜਨ ਤੋਂ ਕਾਬਰ ਰਹੇ ਨੇ। ਲੇਕਿਨ ਕੁਝ ਛੈਲ ਛਬੀਲੇ ਜਵਾਨਾਂ ਨੇ, ਜਿਨ੍ਹਾਂ ਨੂੰ ਕੋਲ ਤਰਨ ਦੀ ਪ੍ਰੈਕਟਿਸ ਹੈ, ਉਹਨਾਂ ਨੇ ਉਸ ਦਰਿਆ ਦੇ ਵਿੱਚ ਛਲਾਂਗ ਮਾਰੀ ਹੈ, ਔਰ ਲੋਕਾਂ ਦੇ ਵੇਖਦਿਆਂ ਵੇਖਦਿਆਂ ਦਰਿਆ ਦੇ ਵਿੱਚੋਂ ਸੁਰੱਖਿਅਤ ਪਾਰ ਨਿਕਲ ਗਏ ਨੇ। ਤੇ ਜਦੋਂ ਉਹ ਪਾਰ ਨਿਕਲੇ, ਗੋਰੀ ਮਨ ਧੀਰਿਆ, ਕਮਜ਼ੋਰ ਜੀ ਇਸਤਰੀ ਦੇ ਮਨ ਦੇ ਅੰਦਰ ਵੀ ਚਾਹਤ ਪੈਦਾ ਹੋਈ, ਉਹਨੇ ਵੀ ਛਲਾਂਗ ਲਗਾਈ ਤੇ ਉਹ ਵੀ ਪਾਰ ਉਤਰ ਗਏ। ਤਾਂ ਸਾਡੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਕਿ ਜਦੋਂ ਫਲਾਂ ਬੰਦਾ ਇਸ ਤਰ੍ਹਾਂ ਕਰ ਸਕਦਾ ਤਾਂ ਮੈਂ ਕਿਉਂ ਨਹੀਂ। ਤਾਂ ਗੁਰੂ ਨੇ ਜਦੋਂ ਮੈਨੂੰ ਸੱਚ ਦਾ ਰਾਸਤਾ ਦੱਸਿਆ, ਜਾਂ ਡਿੱਠਾ ਪੂਰਾ ਸਤਿਗੁਰੂ, ਜਦੋਂ ਮੈਂ ਪੂਰੇ ਗੁਰੂ ਦੀ ਚਰਨਾਂ ਦੀ ਸ਼ਰਨ ਵਿੱਚ ਗਿਆ, ਗੁਰੂ ਦੇ ਸਿਧਾਂਤਾਂ ਨੂੰ ਵੇਖਿਆ ਵਾਚਿਆ, ਗੁਰੂ ਦੀ ਫਿਲਾਸਫੀ ਨੂੰ ਵੇਖਿਆ, ਗੁਰੂ ਦੇ ਬਚਨਾਂ ਨੂੰ ਸੁਣਿਆ, ਤਾਂ ਮੇਰਾ ਮਨ ਧੀਰਜ ਵਾਲਾ ਹੋ ਗਿਆ ਕਿ ਮੈਂ ਵੀ ਐਸੀ ਜ਼ਿੰਦਗੀ ਜੀ ਸਕਦਾ ਹਾਂ। ਤਾਂ ਗੁਰੂ ਦੀ ਪਾਵਨ ਬਾਣੀ ਪੜ੍ਹ ਕੇ ਸਾਡੇ ਅੰਦਰ ਵਿਲ ਪਾਵਰ ਪੈਦਾ ਹੋਏਗੀ, ਸਾਡੇ ਅੰਦਰ ਭਰੋਸਾ ਪੈਦਾ ਹੋਏਗਾ, ਯਕੀਨ ਪੈਦਾ ਹੋਏਗਾ। ਔਰ ਯਕੀਨ ਜਾਣਿਓ, ਤੁਹਾਡੇ ਵਿੱਚੋਂ ਹਰ ਇਨਸਾਨ ਇਹੋ ਜਿਹਾ ਇਨਸਾਨ ਹੋ ਸਕਦਾ ਹੈ। ਇਹ ਪੋਸੀਬਿਲਿਟੀ ਸਾਰਿਆਂ ਦੇ ਅੰਦਰ ਹੈ, ਗੱਲ ਤਾਂ ਸਿਰਫ ਤੁਰਨ ਦੀ ਹੈ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ। ਘੁੰਮ ਵਾਰਿਆ ਦਾ ਮਤਲਬ ਸਦਕੇ ਜਾਣਾ, ਵਾਰੀ ਜਾਣਾ, ਬਲਿਹਾਰ ਜਾਣਾ। ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ। ਸਦਕੇ ਜਾਣਾ, ਬਲਿਹਾਰ ਜਾਣ ਦਾ ਮਤਲਬ ਕੀ ਹੈ? ਬਲਿਹਾਰ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ, ਬਲ ਅਤੇ ਹਾਰ। ਬਲ ਦਾ ਮਤਲਬ ਹੈ ਤਾਕਤ,
ਤੇ ਹਾਰ ਦਾ ਮਤਲਬ ਹੈ ਹਾਰ ਜਾਣਾ। ਬਲਿਹਾਰ ਜਾਣ ਦਾ ਮਤਲਬ ਆਪਣੀ ਤਾਕਤ ਹਾਰ ਜਾਣਾ, ਆਤਮ ਸਮਰਪਣ ਕਰ ਦੇਣਾ, ਆਪਣੀ ਮੱਤ ਨੂੰ ਛੱਡ ਦੇਣਾ ਤੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ। ਇਹਨੂੰ ਕਹਿੰਦੇ ਨੇ ਬਲਿਹਾਰ ਜਾਣਾ। ਆਪਣੇ ਮਨਹਟ ਨੂੰ ਛੱਡ ਦੇਣਾ, ਆਪਣਾ ਹਉਮੈ ਨੂੰ ਛੱਡ ਦੇਣਾ, ਆਪਣੀ ਈਗੋ ਨੂੰ ਛੱਡ ਦੇਣਾ, ਆਪਣੇ ਅਗਿਆਨ ਤੋਂ ਖੁਲਾਸੀ ਪਾ ਲੈਣੀ ਔਰ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ। ਇਹਨੂੰ ਕਹਿੰਦੇ ਨੇ ਬਲਿਹਾਰ ਜਾਣਾ। ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚੁਫੇਰੇ ਪਰਿਕਰਮਾ ਕਰਦੇ ਆ ਨਾ ਮੱਥਾ ਟੇਕਣ ਤੋਂ ਬਾਅਦ, ਮੱਥਾ ਟੇਕਣ ਦਾ ਮਤਲਬ ਵੀ ਬਲਿਹਾਰ ਜਾਣਾ ਹੀ ਹੈ। ਵਾਰ ਨੇ ਸਦਕੇ ਹੋਣਾ। ਅਸੀਂ ਪ੍ਰੋਮਿਸ ਕਰਦੇ ਹਾਂ ਮੱਥਾ ਟੇਕ ਕੇ ਕਿ ਪਾਤਸ਼ਾਹ ਮੈਂ ਪ੍ਰੋਮਿਸ ਕਰਦਾ ਹਾਂ ਕਿ ਮੈਂ ਤੁਹਾਡੀ ਬਾਣੀ ਮੁਤਾਬਕ ਜ਼ਿੰਦਗੀ ਜੀਵਾਂਗਾ। ਮੱਥਾ ਟੇਕਣ ਦਾ ਮਤਲਬ ਇਹ ਹੈ ਗੁਰੂ ਨਾਲ ਪ੍ਰੋਮਿਸ ਕਰਨੀ। ਜੋ ਅਸੀਂ ਪਰਿਕਰਮਾ ਕਰਦੇ ਹਾਂ ਤਾਂ ਉਹਦਾ ਭਾਵ ਵੀ ਇਹ ਹੁੰਦਾ ਹੈ ਕਿ ਪਾਤਸ਼ਾਹ ਮੇਰੀ ਸੋਚ ਦਾ ਕੇਂਦਰ ਤੁਸੀਂ ਹੋ, ਮੇਰੀ ਸੋਚ ਦਾ ਕੇਂਦਰ ਤੁਸੀਂ ਹੋ। ਜੋ ਆਪ ਦੀ ਪਾਵਨ ਬਾਣੀ ਦੇ ਅੰਦਰ ਗਿਆਨ ਅੰਕਿਤ ਹੈ ਉਹਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗਾ। ਮੈਂ ਪ੍ਰਤਿੱਗਿਆ ਕਰ ਰਿਹਾ ਹਾਂ। ਔਰ ਗੁਰੂ ਤੋਂ ਬਲਿਹਾਰ ਕਿਉਂ ਜਾਣਾ ਹੈ? ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਕਿਉਂ? ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਐਸਾ ਗੁਰੂ ਜਿਨਨੇ ਆਮ ਮਨੁੱਖ ਨੂੰ ਦੈਵੀ ਗੁਣਾਂ ਵਾਲਾ ਮਨੁੱਖ ਬਣਾ ਦਿੱਤਾ ਤੇ ਉਹਨੂੰ ਇਹ ਕੁਛ ਕਰਦਿਆਂ ਦੇਰ ਵੀ ਨਾ ਲੱਗੀ। ਇੱਕ ਪਲ ਦੇ ਅੰਦਰ ਹੀ ਸੱਜਣ ਨੂੰ ਅਸਲੀ ਸੱਜਣ ਬਣਾ ਦਿੱਤਾ। ਇੱਕ ਪਲ ਦੇ ਅੰਦਰ ਹੀ ਕੌਡੇ ਭੀਲ ਨੂੰ ਅਸਲੀ ਇਨਸਾਨ ਬਣਾ ਦਿੱਤਾ। ਭੂਮੀਏ ਚੋਰ ਦੇ ਅੰਦਰ ਇਨਸਾਨੀਅਤ ਪੈਦਾ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੂੰ ਦੇਰ ਵੀ ਨਾ ਲੱਗੀ। ਚਿੜੀਆਂ ਅਖਵਾਉਣ ਵਾਲਿਆਂ ਨੂੰ ਬਾਜ ਅਖਵਾਉਣ ਵਾਲਿਆਂ ਦੇ ਸਾਹਮਣੇ ਖੜਾ ਕਰ ਦਿੱਤਾ। ਗਿੱਦੜ ਅਖਵਾਉਣ ਵਾਲਿਆਂ ਨੂੰ ਸ਼ੇਰ ਅਖਵਾਉਣ ਵਾਲਿਆਂ ਦੇ ਸਾਹਮਣੇ ਖੜਾ ਕਰ ਦਿੱਤਾ ਤੇ ਗਿੱਦੜ ਅਖਵਾਉਣ ਵਾਲਿਆਂ ਨੇ ਸ਼ੇਰ ਅਖਵਾਉਣ ਵਾਲਿਆਂ ਨੂੰ ਘੇਰ ਕੇ ਮੈਦਾਨੇ ਜੰਗ ਦੇ ਵਿੱਚ ਮਾਰਿਆ। ਬਾਜ ਅਖਵਾਉਣ ਵਾਲਿਆਂ ਨੂੰ ਭੱਜਦਿਆਂ ਰਾਹ ਨਾ ਲੱਭਿਆ ਤੇ ਇਹ ਕੁਛ ਕਰਦਿਆਂ ਗੁਰੂ ਨੂੰ ਦੇਰ ਵੀ ਨਾ ਲੱਗੀ। ਯਾਨੀ ਜੇ ਅਸੀਂ ਗੁਰੂ ਦੀ ਪਾਵਨ ਬਾਣੀ ਤੇ ਅਮਲ ਕਰਾਂਗੇ ਤਾਂ ਇੱਕ ਪਲ ਵੀ ਨਹੀਂ ਲੱਗਣਾ ਤੁਸੀਂ ਕਾਮ ਕ੍ਰੋਧ ਦੇ ਵਿੱਚੋਂ ਬਾਹਰ ਆ ਜਾਓਗੇ। ਇੱਕ ਪਲ ਵੀ ਨਹੀਂ ਲੱਗਣਾ ਤੁਹਾਡੇ ਘਰਾਂ ਦੇ ਝਗੜੇ ਝਾਂਜੇ ਮੁੱਕ ਜਾਣਗੇ। ਇੱਕ ਪਲ ਵੀ ਨਹੀਂ ਲੱਗਣਾ ਤੁਸੀਂ ਨੈਗੇਟਿਵ ਤੋਂ ਪੋਜ਼ਿਟਿਵ ਹੋ ਜਾਓਗੇ। ਤੁਹਾਡੇ ਅੰਦਰ ਵਿਲ ਪਾਵਰ ਪੈਦਾ ਹੋ ਜਾਏਗੀ। ਅਮਲ ਕਰਕੇ ਤੇ ਵੇਖੋ, ਤੁਰੋ ਤੇ ਸਹੀ, ਕਹੋ ਤੇ ਸਹੀ ਕਿ ਅੱਜ ਤੋਂ ਬਾਅਦ ਮੈਂ ਘਰ ਵਾਲੇ ਨਾਲ ਪਿਆਰ ਨਾਲ ਰਹਿਣਾ, ਅੱਜ ਤੋਂ ਬਾਅਦ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਆਪਣਾ ਤੁਰ ਕੇ ਤੇ ਵੇਖੋ, ਅਜਮਾਓ ਤਾਂ ਸਹੀ। ਗੁਰਮੁਖ ਜਿੱਤਾ ਮਨਮੁਖ ਹਾਰਿਆ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖਾ ਜੀਵਨ ਦੀ ਬਾਜੀ ਜਿੱਤ ਜਾਂਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲਾ ਆਪ ਹੁਦਰਾ ਮਨੁੱਖ ਜੀਵਨ ਬਾਜੀ ਨੂੰ ਹਾਰ ਜਾਂਦਾ ਹੈ। ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਇਸ ਜੀਵਨ ਬਾਜੀ ਨੂੰ ਜਿੱਤਣਾ ਚਾਹੁੰਦੇ ਹਾਂ ਜਾਂ ਹਾਰਨਾ ਚਾਹੁੰਦੇ ਹਾਂ। ਹਾਰ ਤਾਂ ਆਮ ਇਨਸਾਨ ਰਿਹਾ ਹੀ ਹੈ। ਬਹੁ ਗਿਣਤੀ ਲੋਕ ਆਪਣੇ ਜੀਵਨ ਬਾਜੀ ਨੂੰ ਹਾਰ ਤਾਂ ਗਏ ਹੀ ਨੇ। ਹਾਰੇ ਹੋਏ ਮਨੁੱਖ ਦੀ ਨਿਸ਼ਾਨੀ ਕੀ ਹੁੰਦੀ ਹੈ? ਹਾਰੇ ਹੋਏ ਮਨੁੱਖ ਦੀ ਨਿਸ਼ਾਨੀ ਤੇ ਹੈ ਕਿ ਛੋਟੀ ਛੋਟੀ ਗੱਲ ਤੇ ਝੂਠ ਬੋਲ ਰਿਹਾ ਹੈ, ਨਿੱਕੀ ਜੀ ਗੱਲ ਤੋਂ ਨਾਰਾਜ਼ ਹੋ ਜਾਂਦਾ ਹੈ, ਥੋੜੇ ਥੋੜੇ ਲੋਭ ਦੇ ਪਿੱਛੇ ਆਪਣੀ ਜ਼ਮੀਰ ਵੇਚ ਦਿੰਦਾ ਹੈ। ਕਿਵੇਂ ਚਾਰ ਚਫੇਰੇ ਅਸੀਂ ਇਹੋ ਜਿਹੇ ਇਨਸਾਨਾਂ ਨੂੰ ਦੇਖਦੇ ਹਾਂ ਜੋ ਇਨਸਾਨੀਅਤ ਦੀ ਜੀਵਨ ਬਾਜੀ ਨੂੰ ਹਾਰ ਚੁੱਕੇ ਨੇ, ਜ਼ਮੀਰ ਨੂੰ ਹਾਰ ਚੁੱਕੇ ਨੇ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਆਪਣਾ ਦੀਨ ਈਮਾਨ ਗਵਾ ਚੁੱਕੇ ਨੇ। ਇਹੀ ਤੇ ਹੈ ਹਾਰਨਾ। ਇਹ ਸਾਡੀ ਹਾਰ ਹੀ ਤੇ ਹੈ ਕਿ ਸਾਡੇ ਕੋਲ ਧੀਆਂ ਪੁੱਤਰ ਭੈਣ ਭਰਾ ਜ਼ਮੀਨ ਜਾਇਦਾਦ ਧਨ ਦੌਲਤ ਹਰ ਸ਼ੈ ਹੈ, ਪਰ ਅਸੀਂ ਖੁਸ਼ ਨਹੀਂ ਹਾਂ। ਸਾਡੇ ਜੀਵਨ ਵਿੱਚ ਪ੍ਰੇਮ ਨਹੀਂ। ਇਹ ਤੇ ਜੀਵਨ ਬਾਜੀ ਹਾਰੀ ਹੈ। ਇਸੇ ਨੂੰ ਤਾਂ ਜੀਵਨ ਬਾਜੀ ਦਾ ਹਾਰਨਾ ਕਹਿੰਦੇ ਨੇ। ਤੇ ਜੋ ਗੁਰੂ ਦੇ ਦਿਸੇ ਰਾਹਾਂ ਤੇ ਚੱਲ ਰਹੇ ਨੇ ਉਹਨਾਂ ਨੇ ਜੀਵਨ ਬਾਜੀ ਨੂੰ ਜਿੱਤਿਆ ਹੈ। ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉੱਤੇ ਫਤਿਹ ਪਾਈ ਹੈ। ਉਹ ਸਤ ਸੰਤੋਖ ਦਇਆ ਧਰਮ ਵਾਲੀ ਜ਼ਿੰਦਗੀ ਜੀ ਰਹੇ ਨੇ। ਉਹ ਇਨਸਾਨੀਅਤ ਦੀ ਸੇਵਾ ਵਿੱਚ ਹਾਜ਼ਰ ਨੇ। ਉਹ ਇਮਾਨਦਾਰੀ ਦੇ ਨਾਲ ਆਪਣਾ ਜੀਵਨ ਜੀ ਰਹੇ ਨੇ। ਉਹਨਾਂ ਨੇ ਇਨਸਾਨੀਅਤ ਨੂੰ ਆਪਣੇ ਅੰਦਰੋਂ ਗੁਆਚਣ ਨਹੀਂ ਦਿੱਤਾ। ਉਹ ਝੌਂਪੜੀ ਵਿੱਚ ਵੀ ਖੁਸ਼ ਨੇ ਤੇ ਹਾਰੀ ਹੋਈ ਜੀਵਨ ਬਾਜੀ ਵਾਲਾ ਵੱਡੇ ਵੱਡੇ ਮਹਿਲਾਂ ਦੇ ਅੰਦਰ ਵੀ ਦੁਖੀ ਹੈ। ਇਸ ਲਈ ਜੋ ਗੁਰੂ ਦੇ ਦੱਸੇ ਰਾਹਾਂ ਤੇ ਜ਼ਿੰਦਗੀ ਬਤੀਤ ਕਰਦਾ ਹੈ ਉਹ ਜੀਵਨ ਬਾਜੀ ਨੂੰ ਜਿੱਤ ਜਾਂਦਾ ਹੈ। ਮਨ ਜੀਤੈ ਜਗ ਜੀਤ। ਮਨ ਨੂੰ ਜਿੱਤਣ ਵਾਲਾ ਜਗਤ ਨੂੰ ਦਾ ਜੇਤੂ ਹੋ ਜਾਂਦਾ ਹੈ।
ਕਿ ਜਗਤ ਦਾ ਜੇਤੂ ਵਿਸ਼ਵ ਵਿਜੇਤਾ ਕੌਣ ਹੈ। ਦੇਖੋ, ਹੋ ਸਕਦਾ ਹੈ ਇਸ ਸਾਰੇ ਸੰਸਾਰ ਨੂੰ ਤੇ ਹਰ ਬੰਦਾ ਨਾ ਜਿੱਤ ਸਕੇ, ਹਰ ਇੱਕ ਜਿੱਤ ਵੀ ਨਹੀਂ ਨਾ ਸਕਦਾ, ਪਰ ਸਾਡਾ ਇੱਕ ਹੋਰ ਸੰਸਾਰ ਹੈ ਜਿਹਨੂੰ ਅਸੀਂ ਸਾਰੇ ਜਿੱਤ ਸਕਦੇ ਹਾਂ। ਮੇਰਾ ਇੱਕ ਵੱਖਰਾ ਸੰਸਾਰ ਹੈ, ਤੁਹਾਡਾ ਇੱਕ ਵੱਖਰਾ ਸੰਸਾਰ ਹੈ। ਉਹ ਸੰਸਾਰ ਸਾਡਾ ਕਿਹੜਾ ਹੈ? ਇੱਕ ਤੇ ਸਾਡਾ ਸਾਰਿਆਂ ਦਾ ਪਰਿਵਾਰ, ਪਤੀ ਪਤਨੀ, ਮਾਂ-ਬਾਪ ਤੇ ਬੱਚੇ, ਭੈਣ ਭਰਾ, ਨਾਨਕੇ ਦਾਦਕੇ, ਚਾਚੇ ਤਾਏ, ਸਹੁਰੇ ਆਦਿ, ਜਿਨ੍ਹਾਂ ਦੇ ਨਾਲ ਸਾਡੀ ਰਿਸ਼ਤੇਦਾਰੀ ਹੈ, ਖੂਨ ਦਾ ਸਾਡਾ ਰਿਸ਼ਤਾ ਹੈ। ਨਾਲ ਉਸ ਤੋਂ ਬਾਅਦ ਸਾਡੇ ਸੱਜਣ ਮਿੱਤਰ, ਯਾਰ ਦੋਸਤ, ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਲੇਕਿਨ ਵੈਸੇ ਮਿੱਤਰਤਾ ਹੁੰਦੀ ਹੈ। ਕੁਝ ਲੋਕ ਸਾਡੇ ਉਹ ਨੇ ਜਿਨ੍ਹਾਂ ਦੇ ਨਾਲ ਅਸੀਂ ਜੌਬ ਕਰਦੇ ਹਾਂ। ਇਹ ਸਾਡਾ ਇੱਕ ਛੋਟਾ ਜਿਹਾ ਸੰਸਾਰ ਹੁੰਦਾ ਹੈ ਸਾਰਿਆਂ ਦਾ, ਤੇ ਇਹ ਸੰਸਾਰ ਸਾਰਿਆਂ ਦਾ ਵੱਖਰਾ ਹੈ। ਮੇਰਾ ਵੱਖਰਾ, ਤੁਹਾਡਾ ਵੱਖਰਾ। ਮੇਰੇ ਸੰਸਾਰ ਵਿੱਚ ਤੁਸੀਂ ਵੀ ਆਉਂਦੇ ਹੋ ਸਕਦਾ ਤੁਹਾਡੇ ਸੰਸਾਰ ਵਿੱਚ ਮੈਂ ਵੀ ਆਉਂਦਾ ਹੋਵਾਂ, ਪਰ ਫਿਰ ਵੀ ਸਾਡੇ ਰਿਸ਼ਤੇਦਾਰ ਕੁਝ ਵੱਖਰੇ ਨੇ। ਸਾਡਾ ਸਾਰਿਆਂ ਦਾ ਇੱਕ ਨਿੱਕਾ ਨਿੱਕਾ ਸੰਸਾਰ, ਵੱਖਰਾ ਵੱਖਰਾ ਸੰਸਾਰ ਹੈ। ਤੇ ਜਿਸ ਬੰਦੇ ਨੇ ਆਪਣੇ ਇਸ ਨਿੱਕੇ ਜਿਹੇ ਸੰਸਾਰ ਤੋਂ ਸੱਚਾ ਮਾਣ, ਆਦਰ ਔਰ ਸਤਿਕਾਰ ਪਾ ਲਿਆ, ਤੇ ਜਿਹੜਾ ਆਪਣੇ ਇਸ ਨਿੱਕੇ ਜਿਹੇ ਸੰਸਾਰ ਦੇ ਅੰਦਰ ਖੁਸ਼ ਹੈ, ਉਹ ਸੰਸਾਰ ਦਾ ਜੇਤੂ ਹੈ, ਜਿਹਨੇ ਆਪਣੇ ਨਿੱਕੇ ਜਿਹੇ ਸੰਸਾਰ ਦੇ ਦਿਲਾਂ ਨੂੰ ਜਿੱਤ ਲਿਆ। ਆਪਣੀਆਂ ਭੈਣਾਂ, ਭਰਾ, ਮਾਂ-ਬਾਪ, ਪਤੀ ਪਤਨੀ, ਜਿਨ੍ਹਾਂ ਨੇ ਇਹਨਾਂ ਦੇ ਦਿਲ ਨੂੰ ਜਿੱਤ ਲਿਆ, ਉਹ ਸੰਸਾਰ ਦਾ ਜੇਤੂ ਹੈ। ਤੇ ਜਿਹੜਾ ਆਪਣੇ ਬੱਚਿਆਂ ਦਾ ਦਿਲ ਨਹੀਂ ਜਿੱਤ ਸਕਿਆ, ਜਿਹੜੇ ਬੱਚੇ ਮਾਪਿਆਂ ਦਾ ਦਿਲ ਨਹੀਂ ਜਿੱਤ ਸਕੇ, ਪਤੀ ਪਤਨੀ ਇੱਕ ਦੂਜੇ ਦਾ ਦਿਲ ਨਹੀਂ ਜਿੱਤ ਸਕੇ, ਨਾਨਕੇ ਦਾਦਕਿਆਂ ਦੇ ਦਿਲ ਅਸੀਂ ਨਹੀਂ ਜਿੱਤ ਸਕੇ, ਤਾਂ ਇਹਦਾ ਮਤਲਬ ਜੀਵਨ ਬਾਜੀ ਹਾਰ ਗਏ ਨਾ। ਇਹੀ ਤੇ ਹਾਰੇ ਹੋਏ ਮਨੁੱਖ ਦੀ ਨਿਸ਼ਾਨੀ ਹੈ, ਔਰ ਇਹੀ ਜਿੱਤੇ ਹੋਏ ਮਨੁੱਖ ਦੀ ਨਿਸ਼ਾਨੀ ਹੈ। ਤੁਸੀਂ ਜਿੱਤੇ ਹੋਏ ਤਾਂ ਹੋ, ਤੁਹਾਡੇ ਵਾਸਤੇ ਕਿੰਨੇ ਲੋਕਾਂ ਦੇ ਦਿਲਾਂ ਦੇ ਦਰਵਾਜ਼ੇ ਖੁੱਲੇ ਨੇ ਜੋ ਤੁਹਾਨੂੰ ਆਪਣੇ ਦਿਲ ਵਿੱਚ ਵਸਾਉਣਾ ਚਾਹੁੰਦੇ ਨੇ। ਮੀਨਸ ਕਿ ਜੋ ਤੁਹਾਡਾ ਦਿਲੀ ਤੌਰ ਤੇ ਸਤਿਕਾਰ ਕਰਦੇ ਨੇ, ਦਿਲੀ ਤੌਰ ਤੇ ਜੋ ਤੁਹਾਡੇ ਨਾਲ ਪਿਆਰ ਕਰਦੇ ਨੇ। ਕਿੰਨੇ ਐਸੇ ਦਿਲਾਂ ਦੇ ਦਰਵਾਜ਼ੇ ਨੇ ਜੋ ਕਿਸੇ ਵਾਸਤੇ ਖੁੱਲੇ ਨੇ। ਇਸੇ ਨੂੰ ਕਹਿੰਦੇ ਨੇ ਰਾਜ ਕਰਨਾ, ਇਸੇ ਨੂੰ ਕਹਿੰਦੇ ਨੇ ਜਿੱਤਣਾ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਜੀਵਨ ਬਾਜੀ ਨੂੰ ਜਿੱਤ ਜਾਂਦਾ ਹੈ। ਜਿਵੇਂ ਮੈਂ ਆਮ ਭਗਤ ਪੂਰਨ ਸਿੰਘ ਦੀ ਗੱਲ ਕਰਦਾ, ਉਹਨਾਂ ਵਾਸਤੇ ਦਰਵਾਜ਼ੇ ਖੁੱਲੇ ਸਨ ਨਾ ਸਾਰਿਆਂ ਦੇ। ਕਿਉਂ? ਕਿਉਂਕਿ ਉਹਨਾਂ ਨੇ ਜ਼ਿੰਦਗੀ ਐਸੀ ਜੀਵੀ ਹੈ, ਇਸੇ ਨੂੰ ਕਹਿੰਦੇ ਨੇ ਗੁਰਮੁਖ ਜਿੱਤਾ। ਤੇ ਮਨਮੁਖ ਹਾਰਿਆ ਕਿਤੇ ਕਿਤੇ ਸਾਡੇ ਵੱਡੇ ਲੀਡਰ ਨੇ, ਜਿਹੜੇ ਆਪਣੇ ਆਪ ਨੂੰ ਪੰਥਕ ਲੀਡਰ ਅਖਵਾਉਂਦੇ ਨੇ, ਤੇ ਉਹਨਾਂ ਵਾਸਤੇ ਤੁਹਾਡੇ ਬੋਲ ਕਿਵੇਂ ਦੇ ਹੁੰਦੇ ਨੇ? ਜੀਵਨਬਾਜੀ ਹਾਰ ਗਏ ਨਾ। ਹਾਲਾਂਕਿ ਉਹਨਾਂ ਕੋਲ ਬਹੁਤ ਵੱਡਾ ਪੈਸਾ ਹੈ, ਬੜੀ ਵੱਡੀ ਪ੍ਰਾਪਰਟੀ ਹੈ, ਰਾਜਨੀਤਿਕ ਪਹੁੰਚ ਬੜੀ ਹੈ, ਸਮਾਜਿਕ ਖਲਾਰਾ ਵੱਡਾ ਹੈ, ਪਰ ਇਨਸਾਨੀਅਤ ਨਹੀਂ, ਦਿਲਾਂ ਦੇ ਦਰਵਾਜ਼ੇ ਬੰਦ ਨੇ। ਤਾਂ ਗੁਰਮੁਖ ਜਿੱਤਾ, ਮਨਮੁਖ ਹਾਰਿਆ। ਜੋ ਗੁਰੂ ਦੇ ਦੱਸੇ ਰਾਹਾਂ ਤੇ ਬੰਦਾ ਜ਼ਿੰਦਗੀ ਜੀਂਦਾ ਨਾ, ਉਹ ਜੀਵਨ ਬਾਜੀ ਨੂੰ ਜਿੱਤ ਜਾਂਦਾ ਹੈ। ਤੇ ਜਿਹੜਾ ਆਪ ਖੁਦਰਾ ਮਨੁੱਖ ਹੈ, ਉਹ ਜੀਵਨ ਬਾਜੀ ਨੂੰ ਹਾਰ ਜਾਂਦਾ ਹੈ। ਹੁਣ ਅਸੀਂ ਵੀ ਸਾਰਿਆਂ ਨੇ ਸੈਲਫ ਐਨਾਲਿਸਿਸ ਕਰਨਾ ਹੈ ਕਿ ਕੀ ਅਸੀਂ ਜੀਵਨ ਬਾਜੀ ਨੂੰ ਜਿੱਤਿਆ ਹੈ? ਜੋ ਸਾਡਾ ਨਿੱਕਾ ਜਿਹਾ ਸੰਸਾਰ ਮੈਂ ਬਿਆਨ ਕੀਤਾ ਹੈ, ਕੀ ਅਸੀਂ ਉਹਨੂੰ ਜਿੱਤ ਲਿਆ ਹੈ? ਜੇ ਨਹੀਂ ਜਿੱਤਿਆ ਤਾਂ ਫਿਰ ਅਸੀਂ ਅੱਜ ਤੋਂ ਕੋਸ਼ਿਸ਼ ਕਰੀਏ ਕਿ ਅਸੀਂ ਜਿੱਤਣਾ ਹੈ ਜੀਵਨ ਬਾਜੀ ਨੂੰ। ਜੀਵਨ ਬਾਜੀ ਨੂੰ ਹਾਰ ਕੇ ਨਹੀਂ ਜਾਣਾ। ਅਸੀਂ ਇਹ ਕਹਿਣਾ ਛੱਡੀਏ ਕਿ ਜੇ ਅਗਲਾ ਨਾ ਕਰੇ, ਅਸੀਂ ਤੇ ਕਰੀਏ, ਅਗਲਾ ਨਾ ਕਰੇ, ਨਾ ਕਰੇ, ਨਾ ਕਰੇ। ਅਸੀਂ ਕੋਈ ਐਸਾ ਕਰਮ ਨਾ ਕਰੀਏ ਜਿਸ ਦੇ ਨਾਲ ਇਹ ਜੀਵਨ ਬਾਜੀ ਹਾਰ ਜਾਏ। ਤਾਂ ਗੁਰੂ ਦੀ ਰਹਿਮਤ ਕਰਨ ਅਸੀਂ ਇਹੋ ਜਿਹੀ ਜ਼ਿੰਦਗੀ ਜਿਹੜੀ ਹੈ ਜੀ ਸਕੀਏ, ਔਰ ਅਸੀਂ ਜੀਵਨ ਬਾਜੀ ਨੂੰ ਜਿੱਤ ਕੇ ਇਸ ਸੰਸਾਰ ਤੇ ਜੀਵੀਏ। ਔਰ ਜਦੋਂ ਇਸ ਸੰਸਾਰ ਤੋਂ ਜਾਈਏ ਤਾਂ ਅਸੀਂ ਇਸ ਸੰਸਾਰ ਤੋਂ ਜੀਵਨ ਬਾਜੀ ਨੂੰ ਜਿੱਤ ਕੇ ਹੀ ਜਾਈਏ, ਹਾਰ ਕੇ ਨਾ ਜਾਈਏ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਭਾਈ ਆਪ ਪੜ੍ਹੀਏ, ਗੁਰਬਾਣੀ ਅਨੁਸਾਰ ਅਸੀਂ ਜ਼ਿੰਦਗੀ ਜੀਵੀਏ, ਔਰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਜੇ ਕਿਸੇ ਵੀਰ ਭੈਣ ਨੇ ਅੱਜ ਦੀ ਇਸ ਵਿਚਾਰ ਵਿੱਚ ਕੋਈ ਸਵਾਲ ਪੁੱਛਣਾ ਹੈ ਤਾਂ ਆਪ ਸਵਾਲ ਪੁੱਛ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਵੀ ਦੇ ਸਕਦੇ ਹੋ ਕਿ ਅੱਜ ਦੀ ਵਿਚਾਰ ਆਪ ਨੂੰ ਕੈਸੀ ਲੱਗੀ। ਅਗਲੀ ਕਾਰਵਾਈ ਢੇਸੀ ਸਾਹਿਬ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ